ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰੀਸ ਲਰਨਿੰਗ ਹੱਬ ਦੇ ਉੱਪਰ। ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਜਿਸ ਦੇ ਲਈ ਤੁਹਾਨੂੰ ਸਾਡਾ YouTube ਚੈਨਲ ਗੁਰੀਸ ਲਰਨਿੰਗ ਹੱਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਵੇਗਾ ਅਤੇ ਸਾਡੇ ਚੈਨਲ ਨੂੰ ਆਪਣੇ ਫਰੈਂਡਸ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਹਾਂਜੀ ਰਾਜੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ PSTET 2024 ਦਾ ਪੇਪਰ 1 ਦਸੰਬਰ 2024 ਨੂੰ ਹੋਣ ਜਾ ਰਿਹਾ ਹੈਗਾ, ਜਿਸ ਦੇ ਰਿਲੇਟਡ ਅਸੀਂ ਤੁਹਾਡੇ PSTET ਦੇ ਸਿਲੇਬਸ ਵਿੱਚੋਂ ਤੁਹਾਡਾ ਮੋਸਟ ਇੰਪੋਰਟੈਂਟ ਸਬਜੈਕਟ ਸਾਈਕੋਲੋਜੀ ਮਨੋਵਿਗਿਆਨ, ਉਸ ਦੇ ਵਿੱਚੋਂ ਅਸੀਂ ਤੁਹਾਡੀ ਇੰਟੈਲੀਜੈਂਸ ਥਿਊਰੀਜ਼ ਦੀ ਜਿਹੜੀ ਸੀਰੀਜ਼ ਹੈ ਉਹ ਸਟਾਰਟ ਕੀਤੀ ਹੋਈ ਹੈ। ਅੱਜ ਦੀ ਸਾਡੀ ਚੌਥੀ ਕਲਾਸ ਹੈ। ਇਸ ਤੋਂ ਪਹਿਲਾਂ ਅਸੀਂ 3 ਕਲਾਸਾਂ ਹੋਰ ਲਗਾ ਚੁੱਕੇ ਹਾਂ। ਜੇਕਰ ਤੁਸੀਂ ਉਹਨਾਂ ਕਲਾਸਿਸ ਦਾ ਲਿੰਕ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਉਹਨਾਂ ਕਲਾਸਿਸ ਦੇ ਲਿੰਕ ਤੋਂ ਉਹਨਾਂ ਕਲਾਸਿਸ ਨੂੰ ਦੇਖ ਸਕਦੇ ਹੋ। ਆਈ ਬਟਨ ਦੇ ਵਿੱਚ ਵੀ ਮੈਂ ਤੁਹਾਨੂੰ ਉਹਨਾਂ ਕਲਾਸਿਸ ਦੀ ਸੀਰੀਜ਼ ਹੈ ਜਿਹੜੀ ਉਹਦਾ ਲਿੰਕ ਪ੍ਰੋਵਾਈਡ ਕਰ ਦੇਵਾਂਗੀ। ਜੇਕਰ ਤੁਸੀਂ ਆਪਣੀ ਬੈਟਰ ਪ੍ਰਿਪਰੇਸ਼ਨ ਦੇ ਲਈ ਸਾਡੇ MCQ ਸੀਰੀਜ਼ PYQ ਪ੍ਰੀਵੀਅਸ ਪੇਪਰ ਦੇ ਜਿਹੜੇ ਕੁਐਸਚਨਸ ਨੇ ਉਹ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਗੁਰੀਜ਼ ਲਰਨਿੰਗ ਹੱਬ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਵੇਗਾ। ਠੀਕ ਹੈ, ਅਤੇ ਤੁਸੀਂ ਟੈਲੀਗ੍ਰਾਮ ਦੇ ਸਰਚ ਆਈਕਨ ਵਿੱਚ ਜਾ ਕੇ ਵੀ ਸਾਡੇ ਚੈਨਲ ਨੂੰ ਸਰਚ ਕਰ ਸਕਦੇ ਹੋ ਗੁਰੀਜ਼ ਲਰਨਿੰਗ ਹੱਬ, ਅਤੇ ਸਾਡੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਤਾਂ ਚਲੋ ਰਾਜੇ, ਹੁਣ ਟਾਈਮ ਵੇਸਟ ਕੀਤੇ ਬਿਨਾਂ ਸਾਡੀ ਅੱਜ ਦੀ ਕਲਾਸ ਹੈ ਜਿਹੜੀ ਅਸੀਂ ਸਟਾਰਟ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਤੋਂ ਪਹਿਲਾਂ 3 ਕਲਾਸਾਂ ਹੋਰ ਲਗਾ ਚੁੱਕੇ ਹਾਂ। ਇਹ ਸਾਡੀ ਥਿਊਰੀ ਕਲਾਸਿਸ ਦਾ ਜਿਹੜੀ ਸੀਰੀਜ਼ ਹੈ ਉਹ ਚੱਲ ਰਹੀ ਹੈ, ਜਿਸ ਦੇ ਵਿੱਚ ਅਸੀਂ ਇੰਟੈਲੀਜੈਂਸ ਥਿਊਰੀਜ਼ ਦੇ ਬਾਰੇ ਪੜ੍ਹ ਰਹੇ ਹਾਂ। ਇੰਟੈਲੀਜੈਂਸ ਥਿਊਰੀਜ਼ ਦੇ ਬਾਰੇ, ਜਿਵੇਂ ਕਿ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਹੋਇਆ, ਇਹ ਟੇਬਲ ਹੈ ਜਿਹੜਾ ਤੁਹਾਡਾ ਮੋਸਟ ਇੰਪੋਰਟੈਂਟ ਟੇਬਲ ਹੈ, ਜਿਸ ਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛਣਗੇ। ਇਹ ਪੁੱਛ ਸਕਦੇ ਆ ਥਿਊਰੀ ਦਾ ਨੇਮ ਦੇ ਕੇ ਕਿ ਕਿਹੜੇ ਸਾਈਕੋਲੋਜਿਸਟ ਦੀ ਹੈ, ਜਾਂ ਫਿਰ ਸਾਈਕੋਲੋਜਿਸਟ ਦਾ ਨਾਮ ਦੇ ਕੇ ਤੁਹਾਨੂੰ ਪੁੱਛ ਸਕਦੇ ਨੇ ਕਿ ਕਿਹੜੇ ਇਹ ਸਾਈਕੋਲੋਜਿਸਟ ਦੀ ਥਿਊਰੀ ਦਾ ਨਾਮ ਦੱਸੋ। ਠੀਕ ਹੈ, ਤਾਂ ਡਾਇਰੈਕਟ 1 ਨੰਬਰ ਦਾ ਕੁਐਸਚਨ ਹੈ, ਇਹਦੇ 'ਤੇ ਕੋਈ ਤੁਹਾਡਾ ਟਾਈਮ ਵੇਸਟ ਨਹੀਂ ਹੋਣਾ ਹੈਗਾ, ਕੋਈ ਤੁਹਾਨੂੰ ਆਪਣਾ ਸੋਚਣ ਦੀ ਜ਼ਰੂਰਤ ਨਹੀਂ ਹੈਗੀ, ਦਿਮਾਗ ਨਹੀਂ ਲਗਾਉਣਾ ਹੈਗਾ। ਡਾਇਰੈਕਟ ਜੇਕਰ ਤੁਹਾਨੂੰ ਆਨਸਰ ਪਤਾ ਹੈਗਾ ਤਾਂ ਤੁਸੀਂ ਟਿਕ ਕਰ ਸਕਦੇ ਹੋ, ਜਿਸ ਦੇ ਨਾਲ ਤੁਹਾਡੇ ਟਾਈਮ ਦੀ ਬੱਚਤ ਹੋ ਸਕਦੀ ਹੈ। ਉਹੀ ਟਾਈਮ ਤੁਸੀਂ ਇਹਨਾਂ ਕੁਐਸਚਨਸ ਤੋਂ ਬਚਾ ਕੇ ਆਪਣੇ ਹੋਰ ਸਬਜੈਕਟ ਵੱਲ ਆਪਣਾ ਜਿਹੜਾ ਟਾਈਮ ਹੈ ਉਹ ਲਗਾ ਸਕਦੇ ਹੋ। ਹਾਂਜੀ ਰਾਜੇ, ਤਾਂ ਚਲੋ ਹੁਣ ਅਸੀਂ ਜਿਹੜੀ ਸਾਡੀ ਸਟਾਰਟ ਕਰਦੇ ਹਾਂ। ਜਰਨਲ ਇੰਟੈਲੀਜੈਂਸ ਥਿਊਰੀ ਹੈ ਜਿਹੜੀ 2 ਫੈਕਟਰ ਥਿਊਰੀ ਹੈ, ਇਹ ਸਪੀਅਰਮੈਨ ਦੀ ਦਿੱਤੀ ਹੋਈ ਹੈ, ਜਿਹੜੀ ਅਸੀਂ ਫਸਟ ਕਲਾਸ ਦੇ ਵਿੱਚ ਪੜ੍ਹਿਆ ਸੀ, ਜਿਸ ਦੇ ਬਾਰੇ। ਸੈਕਿੰਡ ਹੈਗਾ ਟ੍ਰੈਂਗੂਲਰ ਥਿਊਰੀ ਆਫ ਲਵ ਟ੍ਰੈਆਰਕੇ ਥਿਊਰੀ ਆਫ ਇੰਟੈਲੀਜੈਂਸ ਹੈ ਜਿਹੜੀ, ਇਹ ਸਟਰਨਬਰਗ ਦੀ ਦਿੱਤੀ ਹੋਈ ਹੈ। ਸਾਡੀ ਸੈਕਿੰਡ ਕਲਾਸ ਵਿੱਚ ਅਸੀਂ ਇਹਨੂੰ ਡਿਟੇਲ ਦੇ ਵਿੱਚ ਪੜ੍ਹਾ ਚੁੱਕੇ ਹਾਂ। ਫਲੂਇਡ ਐਂਡ ਕ੍ਰਿਸਟਲ ਇੰਟੈਲੀਜੈਂਸ ਦੀ ਥਿਊਰੀ ਹੈ ਜਿਹੜੀ ਕੈਟਲ ਐਂਡ ਹੌਰਨ ਨੇ ਦਿੱਤੀ ਹੈ। ਸਾਡੀ ਥਰਡ ਕਲਾਸ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਪੂਰੀ ਐਕਸਪਲੇਨੇਸ਼ਨ ਦੇ ਵਿੱਚ ਪੜ੍ਹਾ ਚੁੱਕੇ ਹਾਂ। ਜਿਹੜੀ ਸਾਡੀ ਅੱਜ ਦੀ ਕਲਾਸ ਹੈ ਅਸੀਂ ਉਸ ਦੇ ਵਿੱਚ ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਗਰੁੱਪ ਫੈਕਟਰ ਥਿਊਰੀ, ਇਸ ਥਿਊਰੀ ਨੂੰ ਰਾਜੇ PMA ਸ਼ਾਰਟ ਨੇਮ ਦੇ ਨਾਲ ਕਈ ਵਾਰੀ ਪੁੱਛ ਲੈਂਦੇ ਨੇ ਕੁਐਸਚਨ। PMA ਮੀਨਸ ਪ੍ਰਾਇਮਰੀ ਮੈਂਟਲ ਐਬਿਲਿਟੀਜ਼, ਠੀਕ ਹੈ, ਜਾਂ ਫਿਰ ਗਰੁੱਪ ਫੈਕਟਰ ਥਿਊਰੀ ਇਹਦਾ ਦੂਸਰਾ ਨਾਮ ਹੈ। ਇਹ ਕਿਹਦੀ ਹੈ ਰਾਜੇ? ਤੁਹਾਡੀ ਥਰਸਟਨ ਦੀ ਹੈ, ਜਿਹੜੀ ਅਸੀਂ ਅੱਜ ਦੀ ਸਾਡੀ ਚੌਥੀ ਕਲਾਸ ਦੇ ਵਿੱਚ ਪੜ੍ਹਾਂਗੇ। ਠੀਕ ਹੈ ਰਾਜੇ, ਤਾਂ ਮਲਟੀਪਲ ਇੰਟੈਲੀਜੈਂਸ ਹੈ ਜਿਹੜਾ ਹਾਵਰਡ ਗਾਰਡਨਰ ਨੇ ਦਿੱਤੀ ਸੀ ਥਿਊਰੀ। ਮੋਨਾਰਕੀ ਹੈ, ਯੂਨਿਟਰੀ ਹੈ, ਜਾਂ ਫਿਰ ਸਿੰਗਲ ਫੈਕਟਰ ਥਿਊਰੀ ਹੈ, ਇਹ ਤੁਹਾਡੀ ਐਲਫਰਡ ਬੀਨੇ ਦੀ ਦਿੱਤੀ ਹੋਈ ਹੈ। ਇਮੋਸ਼ਨਲ ਇੰਟੈਲੀਜੈਂਸ ਥਿਊਰੀ ਹੈ ਜਿਹੜੀ ਤੁਹਾਡੀ ਡੇਨੀਅਲ ਗੋਲਮੈਨ ਨੇ ਦਿੱਤੀ ਹੈ। ਪਾਸ ਥਿਊਰੀ ਆਫ ਇੰਟੈਲੀਜੈਂਸ ਹੈ ਜਿਹੜੀ ਤੁਹਾਡੀ JP ਦਾਸ ਨੇ ਦਿੱਤੀ ਹੈ, ਨੀਲਗਰੀ ਨੇ ਦਿੱਤੀ ਹੈ, ਜਾਂ ਫਿਰ ਕਿਰਬੇ ਨੇ ਦਿੱਤੀ ਹੈ। ਔਰਥੀਨੋਜੈਨੇਸਿਸ ਥਿਊਰੀ ਹੈ ਜੀ ਜਿਹੜੀ ਤੁਹਾਡੀ ਵਰਨਰ ਨੇ ਦਿੱਤੀ ਹੈ। 3 ਡਾਇਮੈਂਸ਼ਨ ਥਿਊਰੀ 3D ਥਿਊਰੀ ਜਿਹੜੀ ਤੁਹਾਡੀ ਗਿਲਫੋਰਡ ਨੇ ਦਿੱਤੀ ਹੈ। ਨੈਕਸਟ ਦੇਖੋ, ਮਲਟੀ ਫੈਕਟਰ ਥਿਊਰੀ ਹੈ ਜਿਹੜੀ ਤੁਹਾਡੀ ਰਾਜੇ ਥੌਂਡਾਈਕ ਨੇ ਦਿੱਤੀ ਹੈ। ਪਤਾ ਲੱਗ ਗਿਆ? ਤਾਂ ਇਹ ਥਿਊਰੀਜ਼ ਸੀਗੀਆਂ ਇੰਟੈਲੀਜੈਂਸ ਦੇ ਉੱਪਰ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ, ਬੁੱਧੀ ਦੇ ਉੱਪਰ ਜਿਨ੍ਹਾਂ ਨੇ ਕੰਮ ਕੀਤਾ ਸੀਗਾ, ਅਤੇ ਕਿਹੜੇ ਸਾਈਕੋਲੋਜਿਸਟ ਨੇ ਥਿਊਰੀਜ਼ ਦਿੱਤੀਆਂ ਸੀਗੀਆਂ। ਤਾਂ ਅੱਗੇ ਅਸੀਂ ਉਸ ਸਾਈਕੋਲੋਜਿਸਟ ਦੇ ਨਾਮ ਬਾਰੇ ਪੜ੍ਹਦੇ ਹਾਂ, ਜਿਹੜੇ ਮੋਸਟਲੀ ਇੰਪੋਰਟੈਂਟ ਸੀ ਰਾਜੇ। ਮੈਨੂੰ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਲੱਗੀ। ਅਤੇ ਜਦੋਂ ਬੱਚੇ ਤਿਆਰੀ ਕਰਦੇ ਨੇ, ਜਦੋਂ ਬੱਚੇ ਸਿਲੇਬਸ ਕਵਰ ਕਰਦੇ ਨੇ, ਤਾਂ ਮੈਂ ਵੀ ਦੇਖੋ ਉਸ ਏਜ ਦੇ ਵਿੱਚ ਉਸ ਸਟੇਜ ਦੇ ਵਿੱਚੋਂ ਲੰਘ ਕੇ ਆਈ ਹਾਂ, ਤਾਂ ਮੈਨੂੰ ਵੀ ਪਤਾ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇਗੀਆਂ ਬੱਚਿਆਂ ਨੂੰ ਫੇਸ ਕਰਨੀਆਂ ਪੈਂਦੀਆਂ ਨੇਗੀਆਂ, ਹੈ ਨਾ। ਤਾਂ ਦੇਖੋ ਰਾਜੇ, ਹੁਣ ਆਪਾਂ ਨੂੰ ਕਿਸੇ ਵੀ ਥਿਊਰੀ ਦਾ ਜਿਹੜਾ ਮਤਲਬ ਜਿਸ ਨੇ ਉਹ ਥਿਊਰੀ ਦਿੱਤੀ ਹੈਗੀ, ਉਸ ਦਾ ਸਾਨੂੰ ਜਿਹੜੇ ਨਾਮ ਕਰਨਾ, ਉਹ ਸਾਇੰਟਿਸਟ ਦਾ, ਸਾਈਕੋਲੋਜਿਸਟ ਹੈਗਾ ਜਾਂ ਉਹ ਕੋਈ ਵੀ ਹੋ ਗਿਆ, ਹੈ ਨਾ, ਉਸ ਦੇ ਨਾਮ ਕਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ। ਅਸੀਂ ਨਾਮ ਨੂੰ ਉਹਦੇ ਨੂੰ ਯਾਦ ਨਹੀਂ ਰੱਖ ਸਕਦੇ ਸੀਗੇ। ਠੀਕ ਹੈ, ਸਾਨੂੰ ਥਿਊਰੀ ਬਾਰੇ ਸਾਰਾ ਕੁਝ ਪਤਾ ਹੁੰਦਾ ਸੀ ਕਿ ਹਾਂ ਇਹ ਥਿਊਰੀ ਦੇ ਵਿੱਚ ਇਹ ਕੁਛ ਹੈਗਾ, ਸਾਨੂੰ ਸਾਰਾ ਯਾਦ ਰਹਿੰਦਾ ਸੀ, ਪਰ ਉਹ ਕਿਹਦੀ ਦਿੱਤੀ ਹੋਈ ਹੈ
ਉਹ ਅਸੀਂ ਭੁੱਲ ਜਾਂਦੇ ਸੀਗੇ, ਠੀਕ ਹੈ। ਜਾਂ ਫਿਰ ਸਾਡੇ ਇਹ ਨੇਮ ਯਾਦ ਰਹਿ ਜਾਂਦਾ ਸੀ ਕਿ ਹਾਂ ਸਪੀਅਰਮੈਨ ਦੀ ਥਿਊਰੀ ਸਾਡੀ ਸਾਈਕੋਲੋਜੀ ਦੇ ਵਿੱਚ ਹੈਗੀ, ਪਰ ਉਹਦੀ ਥਿਊਰੀ ਦਾ ਨਾਮ ਨਹੀਂ ਪਤਾ ਸਾਨੂੰ, ਥਿਊਰੀ ਬਾਰੇ ਸਾਰੀ ਡਿਟੇਲ ਪਤਾ ਹੁੰਦੀ ਸੀ। ਤਾਂ ਕਰਕੇ ਅਸੀਂ ਇਹ ਮਤਲਬ ਜਿਹੜਾ ਚਾਰਟ ਹੈਗਾ ਤੁਹਾਡਾ ਟੇਬਲ ਹੈ ਹਰ ਇੱਕ ਕਲਾਸ ਦੇ ਵਿੱਚ ਅੱਗੇ ਤੁਹਾਨੂੰ ਦੇਤਾ, ਤਾਂ ਕਿ ਤੁਸੀਂ ਜਿੰਨੇ ਵਾਰ ਇਹਨੂੰ ਦੇਖਦੇ ਰਹੋ, ਜਿੰਨੇ ਵਾਰ ਅਸੀਂ ਇਹਨੂੰ ਪੜ੍ਹਦੇ ਰਹੀਏ ਸੁਣਦੇ ਰਹੀਏ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਯਾਦ ਰਹਿ ਜਾਣ, ਠੀਕ ਹੈ। ਤਾਂ ਦੇਖੋ ਹੁਣ ਜਿਹੜਾ ਨੈਕਸਟ ਹੈਗਾ ਅਸੀਂ ਪੰਜਾਬੀ ਦੇ ਵਿੱਚ ਪੜ੍ਹ ਲੈਂਦੇ ਹਾਂ, ਜਰਨਲ ਬੁੱਧੀਮਾਨ, ਆਮ ਬੁੱਧੀ ਜਿਹੜੀ ਜਾਂ ਫਿਰ ਦੋ ਫੈਕਟਰ ਥਿਊਰੀ ਹੈ, ਇਹ ਤੁਹਾਡੀ ਸਪੀਅਰਮੈਨ ਦੀ ਦਿੱਤੀ ਹੋਈ ਹੈ। ਪਿਆਰ ਦਾ ਤਿਕੋਣੀ ਸਿਧਾਂਤ ਹੈ ਜਿਹੜਾ, ਜਾਂ ਫਿਰ ਇਹਨੇ ਇੱਕ ਬੁੱਧੀ ਦੇ ਉੱਪਰ ਵੀ ਗੱਲ ਕੀਤੀ ਸੀ। ਟ੍ਰੈਆਰਕੇ ਥਿਊਰੀ ਸੀ ਜਿਹੜੀ ਇੰਟੈਲੀਜੈਂਸ ਦੇ ਉੱਪਰ ਦਿੱਤੀ ਸੀ। ਟ੍ਰੈਂਗੂਲਰ ਥਿਊਰੀ ਦਿੱਤੀ ਸੀ, ਇਹ ਸਟਰਨਬਰਗ ਦੀ ਹੈਗੀ। ਦੋ ਥਿਊਰੀਜ਼ ਨੇ ਅਸੀਂ ਡਿਟੇਲ ਦੇ ਵਿੱਚ ਪੜ੍ਹਿਆ, ਤੁਸੀਂ ਇਹਦੀ ਕਲਾਸ ਦੇਖ ਸਕਦੇ ਹੋਗੇ। ਤਰਲ ਤੇ ਕ੍ਰਿਸਟਲਾਈਜ਼ਡ ਬੁੱਧੀ ਦੀ ਜਿਹੜੀ ਕੈਟਲ ਤੇ ਹੌਂਡ ਨੇ ਜਿਹੜੀ ਗੱਲ ਕੀਤੀ ਹੈ, ਰੀਮੰਡ ਕੈਟਲ ਇਹਦਾ ਪੂਰਾ ਨਾਮ ਹੈਗਾ। ਪ੍ਰਾਇਮਰੀ ਮਾਨਸਿਕ ਯੋਗਤਾ ਜਾਂ ਫਿਰ ਗਰੁੱਪ ਫੈਕਟਰ ਥਿਊਰੀ ਥਰਸਟਨ ਦੀ ਹੈ, ਜਿਹੜੀ ਅਸੀਂ ਅੱਜ ਪੜ੍ਹਨੀ ਹੈ। ਨੈਕਸਟ ਹੈਗਾ ਮਲਟੀਪਲ ਇੰਟੈਲੀਜੈਂਸ, ਬਹੁ ਬੁੱਧੀ ਸਿਧਾਂਤ, ਹਾਵਰਡ ਗਾਰਡਨਰ ਦੀ ਦਿੱਤੀ ਹੋਈ ਹੈ। ਮੋਨਾਰਕਿਕ ਜਾਂ ਫਿਰ ਯੂਨਿਟਰੀ ਜਾਂ ਫਿਰ ਸਿੰਗਲ ਫੈਕਟਰ ਥਿਊਰੀ ਅਸੀਂ ਕਹਿ ਦਿੰਦੇ ਹਾਂ, ਐਲਫਰਡ ਬੀਨੇ ਦੀ ਦਿੱਤੀ ਹੋਈ ਹੈ। ਭਾਵਨਾਤਮਕ ਬੁੱਧੀ ਡੇਨੀਅਲ ਗੋਨਮੈਲ ਨੇ ਦਿੱਤੀ ਹੈ। ਪਾਸ ਥਿਊਰੀ ਆਫ ਇੰਟੈਲੀਜੈਂਸ ਹੈਗੀ ਹੈ ਜਿਹੜੀ ਤੁਹਾਡੀ JP ਦਾਸ, ਨਾਲਗਿਰੀ ਜਾਂ ਫਿਰ ਕਿਰਬੀ ਨੇ ਦਿੱਤੀ ਹੋਈ ਹੈ। ਔਰਥੀਨੋਜੈਨਿਸਿਸ ਥਿਊਰੀ ਹੈ ਜਿਹੜੀ ਵਰਨਰ ਨੇ ਦਿੱਤੀ ਹੋਈ ਹੈ। 3 ਆਯਾਮਾਂ ਦੀ ਥਿਊਰੀ ਹੈ ਜਿਹੜੀ ਗਿਲਫੋਰਡ ਨੇ ਦਿੱਤੀ ਹੈ। ਮਲਟੀ ਫੈਕਟਰ ਥਿਊਰੀ ਹੈ ਜਿਹੜੀ ਤੁਹਾਡੀ ਥੌਰਨਡਾਈਕ ਨੇ ਦਿੱਤੀ ਹੈ। ਤਾਂ ਪਤਾ ਲੱਗ ਰਿਹਾ ਜੇ ਤੁਸੀਂ ਇਹ ਟੇਬਲ ਨੂੰ ਹੈ ਜਿਹੜਾ ਚੰਗੀ ਤਰ੍ਹਾਂ ਨੋਟ ਕਰ ਸਕਦੇ ਹੋ ਆਪਣੇ ਨੋਟਸ ਦੇ ਵਿੱਚ, ਜਾਂ ਫਿਰ ਤੁਸੀਂ ਇਹਨਾਂ ਟੇਬਲ ਨੂੰ ਚੰਗੀ ਤਰ੍ਹਾਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ, ਠੀਕ ਹੈ। ਪੰਜਾਬੀ ਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੋਇਆ ਹੈਗਾ, ਤਾਂ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛਣਗੇ ਅਤੇ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ, ਠੀਕ ਹੈ। ਤਾਂ ਚਲੋ ਜਿਹੜੀ ਸਾਡੀ ਅੱਜ ਦੀ ਕਲਾਸ ਦੀ ਥਿਊਰੀ ਹੈ ਅਸੀਂ ਉਹ ਥਿਊਰੀ ਸਟਾਰਟ ਕਰਦੇ ਹਾਂ, ਜਿਸ ਦੇ ਵਿੱਚ ਦੇਖੋ ਰਾਜੇ ਅਸੀਂ ਪੜ੍ਹਨਾ ਹੈਗਾ ਗਾ ਪ੍ਰਾਇਮਰੀ ਮੈਂਟਲ ਐਬਿਲਿਟੀ, ਠੀਕ ਹੈ। ਇਸ ਥਿਊਰੀ ਦਾ ਰਾਜੇ ਸ਼ਾਰਟ ਨੇਮ ਹੈਗਾ PMA। ਕਈ ਵਾਰੀ ਇੱਦਾਂ ਹੀ ਛੋਟਾ ਜਿਹਾ ਕੁਐਸਚਨ ਬਣ ਜਾਂਦਾ ਹੈ, PMA ਥਿਊਰੀ ਗਿਵਨ ਵਾਈ, ਠੀਕ ਹੈ। ਪੁੱਛ ਲੈਂਦੇ ਹੁੰਦੇ ਨੇ ਕੁਐਸਚਨ ਕਿ PMA ਥਿਊਰੀ ਹੈ ਜਿਹੜੀ ਕਿਹਦੀ ਦਿੱਤੀ ਹੋਈ ਹੈ, ਠੀਕ ਹੈ। ਤਾਂ ਕਰਕੇ ਮੈਂ ਤੁਹਾਨੂੰ ਸਾਰੇ ਟੇਬਲ ਦੇ ਵਿੱਚ ਅੱਗੇ ਹੀ ਦੱਸਤਾ ਸੀਗਾ। ਇਹਦਾ ਸੈਕਿੰਡ ਨੇਮ ਰਾਜੇ PMA ਪੁੱਛ ਲੈਂਦੇ ਨੇ, ਇਹਦੀ ਫੁੱਲ ਫਾਰਮ ਵੀ ਪੁੱਛ ਸਕਦੇ ਆਗੇ ਥਿਊਰੀ ਦੀ, ਹੈ ਨਾ, ਕੁਐਸਚਨ ਬਣ ਸਕਦੇ ਨੇ। ਤਾਂ ਦੇਖੋ ਆਪਾਂ ਕੋਈ ਚੀਜ਼ ਨਹੀਂ ਛੱਡਣੀ, ਸਾਰੀ ਚੀਜ਼ ਜਦੋਂ ਡਿਟੇਲ ਹੀ ਕਰਨ ਬਹਿ ਕੇ ਤਾਂ ਆਪਾਂ ਚੰਗੀ ਤਰ੍ਹਾਂ ਕਰਾਂਗੇ। PMA ਰਾਜੇ ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਗਰੁੱਪ ਫੈਕਟਰ ਥਿਊਰੀ, ਪਤਾ ਲੱਗ ਗਿਆ। ਇਹਦਾ ਸੈਕਿੰਡ ਨੇਮ ਹੈ ਗਰੁੱਪ ਫੈਕਟਰ ਥਿਊਰੀ। ਹੁਣ ਤੁਹਾਨੂੰ ਇਹ ਵੀ ਪੁੱਛ ਸਕਦੇ ਨੇ PMA ਕਿਹਦੀ ਥਿਊਰੀ ਹੈ, ਪ੍ਰਾਇਮਰੀ ਮੈਂਟਲ ਐਬਿਲਿਟੀ ਹੈ ਜਿਹੜੀ ਕਿਹਦੀ ਥਿਊਰੀ ਹੈ, ਤਾਂ ਤੁਸੀਂ ਕਹਿਣਾ ਥਰਸਟਨ ਦੀ ਹੈ। ਗਰੁੱਪ ਫੈਕਟਰ ਥਿਊਰੀ ਰਾਜੇ ਕਿਹਦੀ ਹੈਗੀ, ਥਰਸਟਨ ਦੀ ਹੈ, ਠੀਕ ਹੈ। ਪਤਾ ਲੱਗ ਗਿਆ ਰਾਜੇ, ਯਾਦ ਰੱਖਿਓ ਪ੍ਰਾਇਮਰੀ ਮਾਨਸਿਕ ਯੋਗਤਾਵਾਂ ਜਾਂ ਫਿਰ ਗਰੁੱਪ ਕਾਰਕ ਸਿਧਾਂਤ, ਠੀਕ ਹੈ ਰਾਜੇ। ਤਾਂ ਦੇਖੋ ਇਹ ਗਿਵਨ ਬਾਈ ਕਿਹਦੀ ਦਿੱਤੀ ਹੋਈ ਹੈ, ਲੁਇਸ ਲਿਓਨ ਥਰਸਟਨ ਦੀ ਦਿੱਤੀ ਹੋਈ ਹੈ। ਲੇਖਕ ਰਾਜੇ ਇਹਦਾ ਕੀ ਹੈ ਥਿਊਰੀ ਦਾ ਜਿਹੜੀ ਕਿਹਦੀ ਦਿੱਤੀ ਹੋਈ ਹੈ, ਲੁਈ ਲਿਓਨ ਥਰਸਟਨ। ਤਾਂ ਤੁਸੀਂ ਯਾਦ ਰੱਖਿਓ ਰਾਜੇ, ਠੀਕ ਹੈ, ਲੁਈ ਲਿਓਨ ਥਰਸਟਨਸ। ਤਾਂ ਦੇਖੋ ਇਹ ਇਹਦੀ ਫੋਟੋ ਹੈਗੀ, ਇਹ ਇਹਦੀ ਪਿਕਚਰ ਹੈ। ਤਾਂ ਅਬਾਊਟ ਦੇਖੋ ਥਿਊਰੀ ਦੇ ਬਾਰੇ ਪੜ੍ਹਦੇ ਹਾਂ ਕਿ ਇਹਨਾਂ ਨੇ ਥਿਊਰੀ ਦੇ ਵਿੱਚ ਜਿਹੜਾ ਇਹਨਾਂ ਨੇ ਦਿੱਤੀ ਸੀ ਪ੍ਰਾਇਮਰੀ ਮੈਂਟਲ ਐਬਿਲਿਟੀ ਥਿਊਰੀ, ਤਾਂ ਉਹਦੇ ਵਿੱਚ ਇਹਨਾਂ ਨੇ ਥਿਊਰੀ ਦੇ ਬਾਰੇ ਅਸੀਂ ਪੜ੍ਹਦੇ ਹਾਂ ਵੀ ਕੀ ਕਿਹਾ ਸੀਗਾ, ਥਿਊਰੀ ਕੀ ਕਹਿਣਾ ਚਾਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਦ ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਥਿਊਰੀ ਆਲਸੋ ਨੋਨ ਐਜ਼ ਥਰਸਟਨਸ ਗਰੁੱਪ ਫੈਕਟਰ। ਤਾਂ ਤੁਸੀਂ ਇਹ ਚੀਜ਼ ਨੂੰ ਬਹੁਤ ਚੰਗੇ ਤਰੀਕੇ ਨਾਲ ਰਾਜੇ ਯਾਦ ਰੱਖਣਾ ਹੈਗਾ, ਬਹੁਤ ਇੰਪੋਰਟੈਂਟ ਚੀਜ਼ ਹੈ, ਤੁਸੀਂ ਨੋਟ ਵੀ ਕਰ ਸਕਦੇ ਹੋ ਉਹਨੂੰ ਆਪਣੀ ਨੋਟਬੁੱਕ ਦੇ ਉੱਪਰ, ਠੀਕ ਹੈ। ਤੁਸੀਂ ਨਾਲ ਨਾਲ ਨੋਟਸ ਬਣਾ ਲੈ ਸਕਦੇ ਹੋਗੇ। ਤਾਂ ਜਿਹੜਾ ਇਹਦਾ ਅਦਰ ਨੇਮ ਹੈ ਰਾਜੇ ਇਹ ਵੀ ਪੁੱਛ ਸਕਦੇ ਨੇ, ਥਰਸਟਨਸ ਗਰੁੱਪ ਫੈਕਟਰ ਹੈ, ਠੀਕ ਹੈ। ਇਹਦਾ ਅਦਰ ਨੇਮ ਕੀ ਹੈਗਾ, ਪ੍ਰਾਇਮਰੀ ਮੈਂਟਲ ਐਬਿਲਿਟੀ। ਤਾਂ ਰਾਜੇ ਇਸ ਚੀਜ਼ ਨੂੰ ਤੁਸੀਂ ਕੀ ਕਰਿਓ, ਯਾਦ ਰੱਖ ਲਿਓ, ਠੀਕ ਹੈ। ਉਸ ਤੋਂ ਬਾਅਦ ਇਹ ਥਿਊਰੀ ਸਾਨੂੰ ਕੀ ਸੁਜੈਸਟ ਕਰਦੀ ਹੈ, ਇੰਟੈਲੀਜੈਂਸ ਇਜ਼ ਮੇਡ ਅਪ ਆਫ 7 ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਆ। ਇਹ ਥਿਊਰੀ ਰਾਜੇ ਸਾਨੂੰ ਕੀ ਕਹਿੰਦੀ ਹੈ ਕਿ ਜਿਹੜੀ ਸਾਡੀ ਇੰਟੈਲੀਜੈਂਸ ਹੈ, ਜਿਹੜੀ ਸਾਡੀ ਬੁੱਧੀ ਹੈਗੀ, ਇਹ 7 ਫੈਕਟਰਾਂ ਦੀ 7 ਪ੍ਰਾਇਮਰੀ ਮੈਂਟਲਸ ਦੇ ਦੁਆਰਾ ਕੀ ਹੁੰਦੀ ਹੈ, ਮਿਲ ਕੇ ਬਣੀ ਹੁੰਦੀ ਹੈ। ਪਤਾ ਲੱਗ ਰਿਹਾ ਜੇ ਇਹ ਥਿਊਰੀ ਦੇ ਬਾਰੇ ਹੈ, ਥਿਊਰੀ ਕੀ ਕਹਿੰਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਦੇਖੋ ਥੋੜ੍ਹਾ ਜਿਹਾ ਪ੍ਰੀਵੀਅਸ ਵੀ ਰਿਵਾਈਜ਼ ਕਰਦਾ, ਕਿਉਂਕਿ ਸਾਨੂੰ ਪਿਛਲਾ ਵੀ ਰਿਵੀਜ਼ਨ ਨਾਲ ਨਾਲ ਜ਼ਰੂਰੀ ਹੈ। ਜਿਵੇਂ ਸਭ ਤੋਂ ਪਹਿਲਾਂ ਅਸੀਂ ਦੇਖੋ ਸਪੀਅਰਮੈਨ ਦੀ ਥਿਊਰੀ ਪੜ੍ਹੀ ਸੀਗੀ, ਠੀਕ ਹੈ। ਉਹ ਥਿਊਰੀ ਦੇ ਵਿੱਚ ਪੜ੍ਹਿਆ ਸੀ ਅਸੀਂ ਸਪੀਅਰਮੈਨ ਨੇ ਕੀ ਕਿਹਾ ਸੀਗਾ, 2 ਫੈਕਟਰ ਦਿੱਤੇ ਸੀ, G ਫੈਕਟਰ ਦਿੱਤਾ ਸੀਗਾ, ਇੱਕ S ਫੈਕਟਰ ਦਿੱਤਾ ਸੀ, ਸਪੈਸੀਫਿਕ ਅਤੇ ਜਰਨਲ ਫੈਕਟਰ। ਇਸ ਨੂੰ ਅਸੀਂ ਫਾਦਰ ਆਫ ਫੈਕਟਰ ਐਨਾਲਿਸਿਸ ਦੇ ਨਾਮ ਨਾਲ ਜਾਣਦੇ ਹਾਂ। ਤਾਂ ਉਹ ਥਿਊਰੀ ਸਾਨੂੰ ਰਾਜੇ ਕੀ ਕਹਿੰਦੇ ਸੀ, ਜਿਹੜੀ ਸਪੀਅਰਮੈਨ ਦੀ ਥਿਊਰੀ ਸੀ, ਟ੍ਰੈਂਗੂਲਰ ਥਿਊਰੀ ਸੀ, ਟ੍ਰੈਆਰਕੇ ਥਿਊਰੀ ਸੀ, ਉਹ ਸਾਨੂੰ ਕਹਿੰਦੀ ਸੀ ਕਿ ਜਿਹੜੀ ਸਾਡੀ ਬੁੱਧੀ ਹੈ ਨਾ, ਜਿਹੜਾ ਸਾਡਾ ਦਿਮਾਗ ਹੈਗਾ, ਠੀਕ ਹੈ, ਉਹ ਕੀ ਕਰਦਾ ਗਾ,
ਜਿਹੜਾ ਦਿਮਾਗ ਹੈਗਾ ਸਾਡਾ ਉਹ ਦੋ ਫੈਕਟਰਸ ਦੇ ਨਾਲ ਬਣਿਆ ਹੁੰਦਾ। ਇੱਕ ਜਨਰਲ ਫੈਕਟਰ ਹੁੰਦਾ ਸਾਡੇ ਦਿਮਾਗ ਦੇ ਵਿੱਚ, ਇੱਕ ਕੀ ਹੁੰਦਾ ਸਪੈਸੀਫਿਕ ਫੈਕਟਰ ਹੁੰਦਾ ਹੈਗਾ। ਪਤਾ ਲੱਗ ਰਿਹਾ ਰਾਜੇ। ਹੁਣ ਜਿਹੜਾ ਸਪੀਅਰਮੈਨ ਸੀ ਇਹ ਐਲਫਰਡ ਬਿਨੇ ਦੇ ਇੱਕ ਫੈਕਟਰ ਜਿਹੜੀ ਯੂਨੀਫੈਕਟਰ ਥਿਊਰੀ ਸੀ ਉਹਦੇ ਕੀ ਸੀਗਾ ਖਿਲਾਫ ਸੀਗਾ। ਉਸ ਤੋਂ ਬਾਅਦ ਜਿਹੜੀ ਅਸੀਂ ਸੈਕਿੰਡ ਥਿਊਰੀ ਪੜ੍ਹੀ ਸੀਗੀ ਉਹ ਹੈਗੀ ਸੀ ਜਿਹੜੀ ਸਟਰਨਬਰਗ ਦੀ ਹੈਗੀ ਸੀਗੀ ਟ੍ਰਿਆਰਕੇ ਥਿਊਰੀ ਸੀਗੀ। ਤਾਂ ਰਾਜੇ ਇਹ ਕੀ ਕਹਿੰਦਾ ਸੀਗਾ, ਇਹ ਕਹਿੰਦਾ ਸੀ ਵੀ ਜਿਹੜੀ ਬੁੱਧੀ ਹੈਗੀ ਇਹ ਕੀ ਹੈਗੀ ਜਿਹੜੀ ਸਾਡੀ ਤਿੰਨ ਫੈਕਟਰਸ ਦੀ ਬਣੀ ਹੁੰਦੀ ਹੈ। ਠੀਕ ਹੈ, ਇਹਨਾਂ ਨੇ ਗੱਲ ਕੀਤੀ ਸੀ PCA ਦੇ ਨਾਲ, ਅਸੀਂ ਯਾਦ ਕੀਤਾ ਸੀ ਪ੍ਰੈਕਟੀਕਲ, ਕ੍ਰੀਏਟਿਵ ਤੇ ਐਨਾਲੀਟੀਕਲ। ਠੀਕ ਹੈ ਰਾਜੇ। ਤਾਂ ਇਹਨੇ ਕਿਹਾ ਸੀਗਾ ਕਿ ਤਿੰਨ ਫੈਕਟਰਸ ਦੀ ਬਣੀ ਹੁੰਦੀ ਹੈ। ਇਹਨੇ ਲਵ ਦੇ ਉੱਪਰ ਵੀ ਤਿੰਨ ਫੈਕਟਰ ਦਿੱਤੇ ਸੀ ਤੇ ਇੰਟੈਲੀਜੈਂਸ ਦੇ ਉੱਪਰ ਵੀ ਦਿੱਤੇ ਸੀ। ਇਹਨੇ ਦੋ ਥਿਊਰੀਜ਼ ਦਿੱਤੀਆਂ ਸੀਗੀਆਂ। ਤਾਂ ਸਮਝ ਲੱਗੀ ਰਾਜੇ। ਹੁਣ ਜਿਹੜਾ ਸਟਰਨਬਰਗ ਸੀਗਾ ਇਹ ਕੀ ਸੀਗਾ ਰਾਜੇ, ਜਿਹੜਾ ਇਹ ਕਿਸ ਦੇ ਖਿਲਾਫ ਸੀਗਾ, ਇਹ ਸਾਈਕੋਮੈਟ੍ਰਿਕ ਥਿਊਰੀ ਦੇ ਖਿਲਾਫ ਸੀਗਾ। ਇਹਦੀ ਜਿਹੜੀ ਥਿਊਰੀ ਸੀ ਉਹ ਸਾਈਕੋਮੈਟ੍ਰਿਕ ਥਿਊਰੀ ਦੇ ਅਗੇਂਸਟ ਸੀ। ਸਾਈਕੋਮੈਟ੍ਰਿਕ ਥਿਊਰੀ ਕਹਿੰਦੀ ਸੀਗੀ ਕਿ ਅਸੀਂ ਬੱਚੇ ਦੀ ਬੁੱਧੀ ਨੂੰ, ਬੱਚੇ ਦੇ ਦਿਮਾਗ ਨੂੰ ਇੱਕ ਕੁਆਂਟਿਟੀ ਦੇ ਵਿੱਚ, ਮਾਤਰਾ ਦੇ ਵਿੱਚ ਮਾਪ ਸਕਦੇ ਹਾਂ। ਅਸੀਂ ਕਹਿ ਸਕਦੇ ਹਾਂ ਕਿ ਜੇਕਰ ਬੱਚਾ ਬਹੁਤ ਇੰਟੈਲੀਜੈਂਟ ਹੈ ਤਾਂ ਉਹ 100% ਕੀ ਹੈਗਾ ਇੰਟੈਲੀਜੈਂਟ ਹੈ। ਜੇਕਰ ਬੱਚਾ ਮੀਡੀਅਮ ਹੈਗਾ ਤਾਂ ਅਸੀਂ ਕਹਿ ਸਕਦੇ ਹਾਂ 70% ਮੀਡੀਅਮ ਹੈ। ਜੇ ਬੱਚਾ ਬਿਲਕੁਲ ਵੀਕ ਹੈ ਤਾਂ ਅਸੀਂ ਕਹਿ ਦੇਂਗੇ ਤਾਂ 40% ਵੀਕ ਹੈ ਬੱਚਾ। ਇਹਨੇ ਸਾਈਕੋਮੈਟ੍ਰਿਕ ਥਿਊਰੀ ਦੇ ਅਕੋਰਡਿੰਗ ਅਸੀਂ ਬੱਚੇ ਦੀ ਇੰਟੈਲੀਜੈਂਸ ਨੂੰ, ਬੱਚੇ ਦੀ ਬੁੱਧੀ ਨੂੰ ਇੱਕ ਕੁਆਂਟਿਟੀ ਦੇ ਵਿੱਚ, ਮਾਤਰਾ ਦੇ ਵਿੱਚ ਮਾਪ ਸਕਦੇ ਸੀਗੇ। ਤਾਂ ਇਹ ਸਾਈਕੋਮੈਟ੍ਰਿਕ ਜਿਹੜੀ ਥਿਊਰੀ ਦੇ ਅਗੇਂਸਟ ਸੀਗਾ। ਸਟਰਨਬਰਗ ਕੀ ਕਹਿੰਦਾ ਸੀਗਾ, ਕਹਿੰਦਾ ਅਸੀਂ ਮਤਲਬ ਕੁਆਂਟਿਟੀ ਦੇ ਵਿੱਚ ਬੱਚੇ ਦੀ ਬੁੱਧੀ ਨੂੰ ਨਹੀਂ ਮਾਪ ਸਕਦੇ। ਤਾਂ ਉਸ ਤੋਂ ਬਾਅਦ ਰਾਜੇ ਜਿਹੜੀ ਸਾਡੀ ਨੈਕਸਟ ਪੜ੍ਹੀ ਸੀਗੀ ਅਸੀਂ ਥਿਊਰੀ ਜਿਹੜੀ ਪੜ੍ਹੀ ਸੀਗੀ ਜਿਹੜੀ ਫਲੂਇਡ ਐਂਡ ਕ੍ਰਿਸਟਲ ਥਿਊਰੀ ਪੜ੍ਹੀ ਸੀਗੀ, ਜਿਹੜੀ ਕੈਟਲ ਐਂਡ ਹੌਰਨ ਨੇ ਦਿੱਤੀ ਸੀਗੀ। ਇਹ ਥਿਊਰੀ ਰਾਜੇ ਕੀ ਕਹਿੰਦੇ ਸੀ ਕਿ ਜਿਹੜਾ ਸਾਡੀ ਬੁੱਧੀ ਹੁੰਦੀ ਹੈ, ਇੰਟੈਲੀਜੈਂਸ ਹੈ, ਉਹ ਦੋ ਟਾਈਪ ਦੀ ਜਿਹੜੀ ਕੀ ਹੁੰਦੀਆਂ ਨੇ, ਦੋ ਟਾਈਪਸ ਦੇ ਕੋਂਬੀਨੇਸ਼ਨ ਤੋਂ ਮਿਲ ਕੇ ਬਣੀ ਹੁੰਦੀ ਹੈ। ਕੈਟਲ ਤੇ ਫਲੂਇਡ ਦੋ ਤਰ੍ਹਾਂ ਦੀ, ਸੌਰੀ ਕੈਟਲ ਨਹੀਂ, ਫਲੂਇਡ ਤੇ ਕ੍ਰਿਸਟਲਾਈਜ਼ਡ ਦੋ ਤਰ੍ਹਾਂ ਦੀ ਬੁੱਧੀ ਹੁੰਦੀ ਹੈ ਜਿਸ ਤੋਂ ਸਾਡੀ ਮਿਲ ਕੇ ਜਿਹੜਾ ਸਾਡੀ ਪੂਰੀ ਕੰਪਲੀਟ ਬੁੱਧੀ ਬਣਦੀ ਹੈ। ਤੇ ਇਹਨੇ ਰਾਜੇ ਕੀ ਕੀਤਾ ਸੀ ਸਾਈਕੋਮੈਟ੍ਰਿਕ ਥਿਊਰੀ ਨੂੰ ਫੋਲੋ ਕੀਤਾ ਸੀਗਾ। ਸਮਝ ਲਾ ਕੇ ਇਹ ਸੀ ਸਾਡੀ ਥੋੜ੍ਹੀ ਜਿਹੀ ਪਿਛਲੀ ਰਿਵੀਜ਼ਨ। ਤਾਂ ਦੇਖੋ ਹੁਣ ਜਿਹੜੀ ਅੱਜ ਦੀ ਥਿਊਰੀ ਹੈ ਇਹਨਾਂ ਨੇ ਕਿਹਾ ਹੈਗਾ ਕਿ ਜਿਹੜੀ PMA ਥਿਊਰੀ ਇਹ ਕਹਿੰਦੀ ਹੈ ਕਿ ਇਹਦਾ ਸੈਕਿੰਡ ਨੇਮ ਹੈਗਾ ਥਰਸਟਨਸ ਗਰੁੱਪ ਫੈਕਟਰ। ਇਹ ਸੁਜੈਸਟ ਕਰਦੀ ਹੈ ਵੀ ਸਾਡੀ ਜਿਹੜੀ ਇੰਟੈਲੀਜੈਂਸ ਹੈ ਇਹ 7 ਫੈਕਟਰਸ ਦੀ ਮੈਂਟਲ ਐਬਿਲਿਟੀਜ਼ ਤੋਂ ਮਿਲ ਕੇ ਬਣੀ ਹੁੰਦੀ ਹੈ। ਤਾਂ ਪੰਜਾਬੀ ਦੇ ਵਿੱਚ ਅਸੀਂ ਦੇਖ ਲੈਂਦੇ ਹਾਂਗੇ ਪ੍ਰਾਇਮਰੀ ਮਾਨਸਿਕ ਯੋਗਤਾ ਥਿਊਰੀ, ਜਿਸ ਨੂੰ ਥਰਸਟਨ ਦੀ ਗਰੁੱਪ ਫੈਕਟਰ ਥਿਊਰੀ ਵੀ ਕਿਹਾ ਜਾਂਦਾ ਹੈ। ਇੱਕ ਥਿਊਰੀ ਹੈ ਜੋ ਸੁਝਾਅ ਦਿੰਦੀ ਹੈ ਕਿ ਬੁੱਧੀ 7 ਪ੍ਰਾਇਮਰੀ ਮਾਨਸਿਕ ਯੋਗਤਾਵਾਂ ਤੋਂ ਮਿਲ ਕੇ ਬਣੀ ਹੁੰਦੀ ਹੈ। ਤਾਂ ਪਤਾ ਲੱਗ ਗਿਆ ਰਾਜੇ ਇਹ ਸੀਗਾ ਜਿਹੜਾ ਅਸੀਂ ਥੋੜ੍ਹਾ ਜਿਹਾ ਥਿਊਰੀ ਬਾਰੇ ਪੜ੍ਹਿਆ ਸੀ ਕਿ ਥਿਊਰੀ ਕੀ ਕਹਿੰਦੀ ਹੈਗੀ, ਸਮਝ ਲੱਗ ਗਈ। ਤਾਂ ਦੇਖੋ ਰਾਜੇ ਨੈਕਸਟ ਦੇ ਵਿੱਚ ਅਸੀਂ ਦੇਖਦੇ ਆਂਗੇ ਨੈਕਸਟ ਅੱਗੇ ਕੀ ਕਹਿਣਾ ਚਾਹੁੰਦੇ ਨੇ। ਤਾਂ ਹੁਣ ਦੇਖੋ ਇੱਥੇ ਕੀ ਕਿਹਾ ਹੈਗਾ, ਥਰਸਟਨਸ, ਜਿਹੜੀ ਥਰਸਟਨ ਦੀ ਥਿਊਰੀ ਹੈ PMA, ਕ੍ਰਿਟੀਸਾਈਜ਼ਡ ਟੂ ਸਪੀਅਰਮੈਨ। ਠੀਕ ਹੈ, 2 ਫੈਕਟਰ ਥਿਊਰੀ ਡਿਊ ਟੂ G ਫੈਕਟਰ। ਮਤਲਬ ਹੁਣ ਜਿਵੇਂ ਅਸੀਂ ਦੇਖਿਆ ਸੀਗਾ ਕਿ ਜਿਹੜਾ ਸਪੀਅਰਮੈਨ ਸੀਗਾ, ਠੀਕ ਹੈ, 2 ਫੈਕਟਰ ਥਿਊਰੀ ਸੀ। ਇਹਨੇ ਐਲਫਰਡ ਨੂੰ ਕੀ ਕੀਤਾ ਸੀ ਕ੍ਰਿਟੀਸਾਈਜ਼ਡ ਕੀਤਾ ਸੀ, ਜਿਹਨੇ ਕਿਹਾ ਸੀ ਵੀ ਇੱਕ ਫੈਕਟਰ ਹੈ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਰਾਜੇ ਜਿਹੜਾ ਸਟਰਨਬਰਗ ਨੇ ਜਿਹੜਾ ਕੀ ਕੀਤਾ ਸੀ ਜਿਹੜਾ ਅੰਗੇਸਟ ਸੀਗਾ, ਕ੍ਰਿਟੀਸਾਈਜ਼ਡ ਕੀਤਾ ਸੀਗਾ ਰਾਜੇ, ਕਿਹਨੂੰ ਕੀਤਾ ਸੀ ਸਾਈਕੋਮੋਟਰ ਥਿਊਰੀ ਨੂੰ, ਸਾਈਕੋਮੈਟ੍ਰਿਕ ਥਿਊਰੀ ਨੂੰ, ਮੋਟਰ ਨੇ ਸਾਈਕੋਮੈਟ੍ਰਿਕ ਥਿਊਰੀ ਨੂੰ ਕੀ ਕੀਤਾ ਸੀ ਕ੍ਰਿਟੀਸਾਈਜ਼ ਕੀਤਾ ਸੀਗਾ। ਉਸ ਤੋਂ ਬਾਅਦ ਅਸੀਂ ਜਿਹੜਾ ਪੜ੍ਹਿਆ ਸੀਗਾ ਨੈਕਸਟ ਪੜ੍ਹੀ ਸੀ ਕ੍ਰਿਸਟਲ ਥਿਊਰੀ ਜਾਂ ਫਿਰ ਫਲੂਇਡ ਥਿਊਰੀ ਪੜ੍ਹੀ ਸੀਗੀ। ਠੀਕ ਹੈ, ਜਿਹਨੇ ਕੀ ਕੀਤਾ ਸੀ ਸਾਈਕੋਮੈਟਰ ਨੂੰ ਫੋਲੋ ਕੀਤਾ ਸੀਗਾ। ਤਾਂ ਹੁਣ ਦੇਖੋ ਇੱਥੇ ਜਿਹੜਾ ਥਰਸਟਨ ਹੈ ਇਹ ਕੀ ਕਰਦਾ, ਸਪੀਅਰਮੈਨ ਨੂੰ ਕੀ ਕਰਦਾ ਹੈਗਾ ਕ੍ਰਿਟੀਸਾਈਜ਼ ਕਰਦਾ ਹੈਗਾ। PMA ਥਿਊਰੀ ਹੈ ਜਿਹੜੀ 2 ਫੈਕਟਰ ਥਿਊਰੀ ਨੂੰ ਕ੍ਰਿਟੀਸਾਈਜ਼ ਕਰਦੇ ਆ, ਕਿਉਂ ਕਰਦੀ ਹੈ, ਉਹ ਕੀ ਕਹਿੰਦੇ ਆ, ਕਹਿੰਦੀ G ਫੈਕਟਰ ਨਾਮ ਦਾ ਕੋਈ ਚੀਜ਼ ਹੁੰਦੀ ਨਹੀਂ। ਤਾਂ ਇਹਦੇ ਵਿੱਚ ਇਹ ਕੁਐਸਚਨ ਵੀ ਪੁੱਛ ਸਕਦੇ ਨੇ ਕਿ ਥਰਸਟਨ ਨੇ ਕਿਹੜੀ ਥਿਊਰੀ ਨੂੰ ਕ੍ਰਿਟੀਸਾਈਜ਼ ਕੀਤਾ ਸੀ, ਤਾਂ ਸਪੀਅਰਮੈਨ ਨੂੰ ਕੀਤਾ ਸੀ। PMA ਥਿਊਰੀ ਕਿਹਨੂੰ ਸਾਈਜ਼ ਕਰਦੀ ਹੈ, ਤਾਂ 2 ਫੈਕਟਰ ਥਿਊਰੀ ਨੂੰ ਕਰਦੀ ਹੈ। ਇਹ ਵੀ ਪੁੱਛ ਸਕਦੇ ਨੇ ਕਿ ਥਰਸਟਨ ਹੈ ਜਿਹੜਾ ਸਪੀਅਰਮੈਨ ਨੂੰ ਇਹ ਕ੍ਰਿਟੀਸਾਈਜ਼ ਕਰਦਾ ਹੈਗਾ, ਕਿਉਂ ਕਰਦਾ ਹੈਗਾ, ਕਿਉਂਕਿ ਉਹਦੇ G ਫੈਕਟਰ ਦੇ ਕਰਕੇ। G ਫੈਕਟਰ ਮਤਲਬ ਜਨਰਲ ਫੈਕਟਰ। ਆਪਾਂ ਪੜ੍ਹਿਆ ਵੀ ਸਪੀਅਰਮੈਨ ਨੇ 2 ਫੈਕਟਰ ਦਿੱਤੇ ਸੀਗੇ, ਜਨਰਲ ਫੈਕਟਰ ਤੇ ਸਪੈਸੀਫਿਕ ਫੈਕਟਰ। ਪਤਾ ਲੱਗ ਰਿਹਾ ਜੀ। ਤਾਂ ਦੇਖੋ ਥਰਸਟਨ ਹੈ ਜਿਹੜਾ PMA ਨੇ G ਕਾਰਕ ਦੇ ਕਾਰਨ ਕਰਕੇ ਸਪੀਅਰਮੈਨ 2 ਥਿਊਰੀ ਨੂੰ ਆਲੋਚਨਾ ਕੀਤੀ ਸੀਗੀ, 2 ਕਾਰਕ ਥਿਊਰੀ ਦੀ ਆਲੋਚਨਾ ਕੀਤੀ ਸੀਗੀ। ਠੀਕ ਹੈ, ਇਟ ਐਕਸਟੈਂਡ 2 ਫੈਕਟਰ ਥਿਊਰੀ ਇੰਟੈਲੀਜੈਂਸ ਇਜ਼ ਕੰਪੋਜ਼ਡ ਆਫ 7 ਫੈਕਟਰਸ। ਮਤਲਬ ਕਿ ਕਿਹਾ ਸੀਗਾ ਰਾਜੇ ਕਿ ਜਿਹੜਾ ਹੈਗਾ ਗਾ ਤੁਹਾਡਾ ਥਰਸਟਨ, ਇਹਨੇ ਕੀ ਕਿਹਾ ਸੀਗਾ ਕਿ ਜਨਰਲ ਫੈਕਟਰ ਨਾਮ ਦੀ ਕੋਈ ਚੀਜ਼ ਹੁੰਦੀ ਨਹੀਂ ਹੈਗੀ। ਇਹਨੇ ਕੀ ਕੀਤਾ ਸੀ, ਜਿਹੜੇ 2 ਫੈਕਟਰ ਥਿਊਰੀ ਦਿੱਤੀ ਸੀ ਜਿਹੜੀ ਸਪੀਅਰਮੈਨ ਨੇ, ਉਹਨੂੰ ਹੀ ਅੱਗੇ ਐਕਸਟੈਂਡ ਕਰਤਾ ਸੀ, ਉਹਨੂੰ ਵਧਾਤਾ ਸੀਗਾ
ਉਹਨੂੰ ਵਧਾ ਕੇ 7 ਫੈਕਟਰ ਕਹਿ ਤਾ ਸੀ ਵੀ 2 ਫੈਕਟਰ ਨਹੀਂ ਹੁੰਦੇ, 7 ਫੈਕਟਰ ਹੁੰਦੇ ਨੇ। ਇਹ 2 ਕਾਰਕ ਥਿਊਰੀ ਦਾ ਵਿਸਥਾਰ ਕਰਦਾ ਹੈ ਅਤੇ ਬੁੱਧੀ ਨੂੰ 7 ਵੱਖ-ਵੱਖ ਕਾਰਕਾਂ ਨਾਲ ਬਣਾ ਦਿੰਦਾ ਕਿ ਬੁੱਧੀ ਹੈ ਜਿਹੜੀ 2 ਕਾਰਕਾਂ ਦੇ ਨਾਲ ਨਹੀਂ ਬਣੀ ਹੁੰਦੀ, ਇਹ ਬਣੀ ਹੁੰਦੀ ਹੈ 7 ਕਾਰਕਾਂ ਦੇ ਨਾਲ। ਪਤਾ ਲੱਗ ਰਿਹਾ ਜੀ। ਇੰਟੈਲੀਜੈਂਸ ਇਜ਼ ਕਲਸਟਰ ਆਫ ਐਬਿਲਿਟੀਜ਼, ਬੁੱਧੀ ਯੋਗਤਾਵਾਂ ਦਾ ਕੀ ਹੈਗੀ ਸਮੂਹ ਹੈ। ਤਾਂ ਇਹ ਵੀ ਪੁੱਛ ਸਕਦੇ ਨੇ ਕਿ ਇਸਨੇ ਕਿਹੜੇ ਸਾਈਕੋਲੋਜਿਸਟ ਨੇ ਕਿਹਾ ਗਾ ਕਿ ਜਿਹੜੀ ਸਾਡੀ ਇੰਟੈਲੀਜੈਂਸ ਹੈ, ਜਿਹੜੀ ਸਾਡੀ ਬੁੱਧੀ ਹੈਗੀ, ਉਹ ਕਲਸਟਰ ਆਫ ਐਬਿਲਿਟੀਜ਼ ਹੈਗੀ। ਠੀਕ ਹੈ, ਮਤਲਬ ਉਹ ਸਮੂਹ ਹੁੰਦਾ ਹੈਗਾ, ਗੁੱਛਾ ਹੁੰਦਾ ਹੈਗਾ ਐਬਿਲਿਟੀਜ਼ ਦਾ। ਜਿਹੜੀ ਸਾਡੇ ਅੰਦਰ ਐਬਿਲਿਟੀ ਹੁੰਦੀ ਹੈ ਉਹਦਾ ਇੱਕ ਗੁੱਛਾ ਹੁੰਦਾ, ਉਹਦਾ ਸਮੂਹ ਹੁੰਦਾ। ਤਾਂ ਰਾਜੇ ਇਹ ਕਿਹਨੇ ਕਿਹਾ ਸੀ? ਥਰਸਟਨ ਨੇ ਕਿਹਾ ਸੀ। ਤੁਸੀਂ ਇਹ ਵੀ ਚੀਜ਼ ਨੂੰ ਯਾਦ ਕਰ ਸਕਦੇ ਹੋ। ਠੀਕ ਹੈ, ਤਾਂ ਹੁਣ ਦੇਖੋ ਇਹਨੇ 7 ਫੈਕਟਰ ਦਿੱਤੇ ਨੇ। ਕਿਹੜੇ ਕਿਹੜੇ 7 ਫੈਕਟਰ ਨੇ ਅਸੀਂ ਉਹਨਾਂ ਦੇ ਬਾਰੇ ਪੜ੍ਹਦੇ ਆਂਗੇ। ਠੀਕ ਹੈ, ਤਾਂ ਦੇਖੋ ਰਾਜੇ ਜਿਹੜਾ ਸਾਡਾ ਸਭ ਤੋਂ ਅੱਜ ਦੀ ਕਲਾਸ ਦਾ ਫਸਟ ਫੈਕਟਰ ਹੈਗਾ, ਠੀਕ ਹੈ, ਫੈਕਟਰ ਵਰਬਲ ਕੰਪਰੀਹੈਂਸ਼ਨ। ਉਹਨੇ ਸਭ ਤੋਂ ਪਹਿਲਾਂ ਰਾਜੇ ਕਿਹੜੇ ਕਿਹੜੇ ਫੈਕਟਰ ਦਿੱਤੇ ਸੀ? ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਵਰਬਲ ਕੰਪਰੀਹੈਂਸ਼ਨ। ਵਰਬਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਹੈ ਨਾ, ਵਰਬਲ ਦੇ ਨਾਮ ਤੋਂ ਹੀ ਤੁਹਾਨੂੰ ਸਮਝ ਆ ਗਈ ਹੋਣੀ। ਤਾਂ ਦੇਖੋ ਦਾ ਐਬਿਲਿਟੀ ਟੂ ਅੰਡਰਸਟੈਂਡ ਐਂਡ ਯੂਜ਼ ਵਰਡਸ, ਮਤਲਬ ਉਹ ਐਬਿਲਿਟੀ। ਹੁਣ ਆਪਾਂ ਦੇਖੋ ਇਹ ਕਿ ਪੜ੍ਹਿਆ ਗਾ ਕਿ ਕਲਸਟਰਸ ਆਫ ਐਬਿਲਿਟੀਜ਼ ਦੀ ਸਾਡੀ ਇੰਟੈਲੀਜੈਂਸ ਹੁੰਦੀ ਹੈ, ਸਾਡੀ ਬੁੱਧੀ ਹੈ ਜਿਹੜੀ। ਠੀਕ ਹੈ, ਹੁਣ ਇੱਕ ਮਤਲਬ ਗੁੱਛਾ ਹੈਗਾ ਐਬਿਲਿਟੀਜ਼ ਦਾ। ਠੀਕ ਹੈ, ਸਾਡੀ ਜਿਹੜੀ ਅੰਦਰ ਪਾਵਰ ਹੈਗੀ ਦਿਮਾਗ ਦੇ ਵਿੱਚ ਹੈ ਨਾ, ਐਬਿਲਿਟੀ ਹੈਗੀ ਸਾਡੇ ਅੰਦਰ, ਯੋਗਤਾ ਹੈਗੀ, ਉਹਦਾ ਕੀ ਹੈਗਾ ਇੱਕ ਗੁੱਛਾ ਹੈਗਾ। ਤਾਂ ਹੁਣ ਦੇਖੋ ਇੱਕ ਐਬਿਲਿਟੀ ਕੀ ਹੈ? ਵਰਬਲ ਇੰਟੈਲੀਜੈਂਸ ਹੈ, ਜਿਹੜਾ ਵਰਬਲ ਕੰਪਰੀਹੈਂਸ਼ਨ ਹੈ। ਇਹਦੇ ਵਿੱਚ ਅਸੀਂ ਪੜ੍ਹਾਂਗੇ ਵੀ ਉਹ ਐਬਿਲਿਟੀ ਜਿਹੜੀ ਵਰਡਸ ਨੂੰ, ਠੀਕ ਹੈ, ਅੱਖਰਾਂ ਨੂੰ ਅੰਡਰਸਟੈਂਡ ਕਰ ਸਕੇ, ਸਮਝ ਸਕੇ ਜਾਂ ਫਿਰ ਉਹਨੂੰ ਕੀ ਕਰ ਸਕੇ ਰਾਜੇ? ਯੂਜ਼ ਕਰ ਸਕੇ। ਵਰਬਲ ਕੰਪਰੀਹੈਂਸ਼ਨ ਪਤਾ ਲੱਗੇ। ਹੁਣ ਇਹ ਪੁੱਛ ਸਕਦੇ ਆ ਕਿ ਜਿਹੜੇ ਥਰਸਟਨ ਦੇ ਵਰਬਲ ਕੰਪਰੀਹੈਂਸ਼ਨ ਨਾਮ ਦਾ ਜਿਹੜਾ ਉਹਨੇ ਫੈਕਟਰ ਦਿੱਤਾ ਸੀ, ਉਹਦੇ ਵਿੱਚ ਉਹਨੇ ਕੀ ਗੱਲ ਕੀਤੀ ਸੀ? ਉਹਨੇ ਇਹ ਗੱਲ ਕੀਤੀ ਸੀ ਕਿ ਅਸੀਂ ਵਰਡ ਨੂੰ, ਅੱਖਰਾਂ ਨੂੰ ਕਿਵੇਂ ਸਮਝਦੇ ਹਾਂ ਜਾਂ ਫਿਰ ਯੂਜ਼ ਕਰਦੇ ਹਾਂ। ਠੀਕ ਹੈ, ਵਰਬਲ ਤੋਂ ਪਤਾ ਲੱਗਦਾ ਮੌਖਿਕ। ਤਾਂ ਹੁਣ ਦੇਖੋ ਅਸੀਂ ਇੱਥੇ ਦੇਖਦੇ ਆਂਗੇ ਕਿ ਸਮਝਦੇ ਹਾਂ ਕਿਵੇਂ। ਹੁਣ ਆਹ ਅੱਖਰ ਨੇ ABC ਦੇ ਹੈ ਨਾ, ਲੈਟਰ ਨੇਗੇ, ਤਾਂ ਅਸੀਂ ਇਹਨੂੰ ਕਿਵੇਂ ਸਮਝਣਾ ਹੈਗਾ? ਸੁਣਾਂਗੇ ਫਿਰ ਹੀ ਸਮਝਾਂਗੇ, ਅਤੇ ਕਿਵੇਂ ਇਹਦਾ ਯੂਜ਼ ਕਰਾਂਗੇ? ਯੂਜ਼ ਕਿਵੇਂ ਕਰਾਂਗੇ? ਬੋਲ ਕੇ, ਜ਼ੁਬਾਨੀ ਯੂਜ਼ ਕਰਾਂਗੇ। ਠੀਕ ਹੈ, ਵਰਬਲ ਮਤਲਬ ਸਮਝਾਂਗੇ ਅਤੇ ਕਿਵੇਂ ਉਹ ਹੈ। ਹੁਣ ਦੇਖੋ ਜ਼ਬਾਨੀ ਸਮਝ, ਇਹਦੇ ਵਿੱਚ ਕੀ ਹੈਗਾ ਕਿ ਸ਼ਬਦਾਂ ਨੂੰ ਸਮਝਣ ਅਤੇ ਵਰਤਣ ਦੀ ਯੋਗਤਾ। ਠੀਕ ਹੈ, ਉਹਨੂੰ ਰਾਜੇ ਕੀ ਕਹਿੰਦੇ ਨੇ? ਵਰਬਲ ਕੰਪਰੀਹੈਂਸ਼ਨ। ਤਾਂ ਦੇਖੋ ਤੁਸੀਂ ਦੇਖਿਆ ਹੋਣਾ ਕਿ ਕਈ ਲੋਕ ਕੀ ਹੁੰਦੇ ਨੇ, ਦੇਖੋ ਸਾਰਿਆਂ ਕੋਲ ਇਹੀ ਜਿਹੜੇ ਹੁੰਦੇ ਨੇ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ ਸੇਮ ਲੈਟਰ ਹੁੰਦੇ ਨੇ, ਸਾਰੇ ਪੜ੍ਹਦੇ ਨੇ। ਪਰ ਕਈ ਲੋਕ ਕੀ ਕਰਦੇ ਨੇ, ਜਿਵੇਂ ਹੁਣ ਜਿਹੜੇ ਸਿੰਗਰ ਹੁੰਦੇ ਨੇ ਹੈ ਨਾ, ਜਿਹੜੇ ਮਤਲਬ ਜਾਂ ਰਾਈਟਰ ਹੁੰਦੇ ਨੇ, ਇਹਨਾਂ ਹੀ ਅੱਖਰਾਂ ਨੂੰ ਮਤਲਬ ਇਹਨਾਂ ਦੀ ਬਣਤਰ ਬਣਾ ਕੇ ਕਿੰਨੇ ਸੋਹਣੇ ਤਰੀਕੇ ਨਾਲ ਕੋਈ ਕਵਿਤਾ, ਕੋਈ ਹੈ ਨਾ ਪੋਇਟਰੀ ਵਗੈਰਾ ਲਿਖ ਦਿੰਦੇ ਹੁੰਦੇ ਨੇ, ਇਹਨਾਂ ਦਾ ਯੂਜ਼ ਕਰ ਲੈਂਦੇ ਨੇ, ਜਾਂ ਕਿੰਨੇ ਸੋਹਣੇ ਤਰੀਕੇ ਨਾਲ ਬੋਲਦੇ ਨੇ। ਤਾਂ ਉਹਨਾਂ ਦੇ ਵਿੱਚ ਮਤਲਬ ਕੀ ਹੈ? ਇਹ ਐਬਿਲਿਟੀ ਹੈ, ਪਾਵਰ ਹੈਗੀ ਕਿ ਇਹਨਾਂ ਅੱਖਰਾਂ ਨੂੰ ਉਹ ਬਹੁਤ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰਦੇ ਨੇ, ਸਮਝਦੇ ਨੇ, ਸੁਰ ਧੁਨ ਬਣਾ ਲੈਂਦੇ ਨੇ ਹੈ ਨਾ, ਮਤਲਬ ਵੀ ਬਹੁਤ ਵਧੀਆ ਤਰੀਕੇ ਨਾਲ ਅੱਗੇ ਬੋਲਦੇ ਨੇ। ਤਾਂ ਸਮਝ ਲੱਗ ਗਈ ਰਾਜੇ ਤੁਹਾਨੂੰ ਫਸਟ ਫੈਕਟਰ? ਤਾਂ ਦੇਖੋ ਸਮਝ ਆ ਗਿਆ ਰਾਜੇ ਕਿ ਵਰਬਲ ਕੰਪਰੀਹੈਂਸ਼ਨ ਦੇ ਵਿੱਚ ਅਸੀਂ ਕੀ ਪੜ੍ਹਦੇ ਆਂਗੇ ਕਿ ਅਸੀਂ ਵਰਡਸ ਨੂੰ ਹੈ ਨਾ, ਅੱਖਰਾਂ ਨੂੰ, ਲੈਟਰਸ ਨੂੰ ਕਿਵੇਂ ਸਮਝਦੇ ਆਂਗੇ, ਕਿਵੇਂ ਅੰਡਰਸਟੈਂਡ ਕਰਦੇ ਹਾਂ, ਜਾਂ ਕਿਵੇਂ ਉਹਨਾਂ ਨੂੰ ਕੀ ਕਰਦੇ ਹਾਂ ਸੀਗੇ ਅਸੀਂ ਯੂਜ਼ ਕਰਦੇ ਆਂਗੇ ਡੇਲੀ ਲਾਈਫ ਦੇ ਵਿੱਚ। ਤਾਂ ਸਮਝ ਲੱਗ ਗਿਆ ਤੁਹਾਨੂੰ ਫਸਟ ਫੈਕਟਰ ਹੈ ਜਿਹੜਾ, ਜਿਸ ਦੇ ਵਿੱਚ ਫਸਟ ਜਿਹੜੀ ਐਬਿਲਿਟੀ ਹੈਗੀ, ਜਿਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈਗੀ ਵਰਬਲ ਕੰਪਰੀਹੈਂਸ਼ਨ ਦੀ। ਤਾਂ ਦੇਖੋ ਸੈਕਿੰਡ ਦੇ ਵਿੱਚ ਜਿਹੜੀ ਉਹ ਗੱਲ ਕਰਦਾ ਹੈਗਾ ਜਿਹੜਾ ਹੈਗਾ ਤੁਹਾਡਾ ਨੂਮੈਰੀਕਲ ਅਬਿਲਿਟੀ। ਨੂਮੈਰੀਕਲ ਅਬਿਲਿਟੀ ਨਾਮ ਤੋਂ ਹੀ, ਨੂਮੈਰੀਕਲ ਵਰਡ ਤੋਂ ਹੀ ਪਤਾ ਲੱਗ ਰਿਹਾ ਹੈਗਾ, ਦਾ ਅਬਿਲਿਟੀ ਟੂ ਸੋਲਵ ਮੈਥ ਪ੍ਰੋਬਲਮਸ। ਠੀਕ ਹੈ, ਨੂਮੈਰੀਕਲਸ ਕੀ ਹੁੰਦੇ ਨੇ ਰਾਜੇ? ਨੂਮੈਰੀਕਲਸ ਹੁੰਦੇ ਨੇ ਜਿਹੜੇ ਮੈਥ ਦੇ ਵਿੱਚ ਹੈ ਨਾ ਸਮ ਹੁੰਦੇ ਨੇਗੇ, ਜਿਨ੍ਹਾਂ ਨੂੰ ਅਸੀਂ ਕੀ ਕਰਦੇ ਹਾਂ? ਸੋਲਵ। ਕਹਿੰਦੇ ਉਹ ਵਾਲੀ ਅਬਿਲਿਟੀ। ਦੇਖੋ 7 ਐਬਿਲਿਟੀਜ਼ ਦੀ ਗੱਲ ਕੀਤੀ ਹੈ, ਅਸੀਂ 2 ਪੜ੍ਹ ਲਈਆਂ। ਫਸਟ ਹੈਗੀ ਸੀ ਵਰਬਲ ਕੰਪਰੀਹੈਂਸ਼ਨ, ਅੱਖਰਾਂ ਨੂੰ ਸਮਝਣਾ। ਹੁਣ ਹੈਗਾ ਜਿਹੜੀ ਅਬਿਲਿਟੀ ਟੂ ਜਿਹੜੀਆਂ ਮੈਥ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕੀ ਕਰਨਾ? ਸੋਲਵ ਕਰਨਾ। ਤਾਂ ਦੇਖੋ ਇੱਥੇ ਜਿਵੇਂ ਹੁਣ ਆਹ ਵਾਲੀ ਮੈਥ ਦੀ ਪ੍ਰੋਬਲਮਸ ਹੈ ਨਾ ਹੁੰਦੀਆਂ ਨੇਗੀਆਂ, ਉਹਨਾਂ ਨੂੰ ਅਸੀਂ ਸੋਲਵ ਕਰਨਾ। ਸੰਖਿਆਤਮਕ ਯੋਗਤਾ, ਗਣਿਤ ਦੀਆਂ ਸਮੱਸਿਆਵਾਂ ਨੂੰ ਕੀ ਕਰਨਾ? ਹੱਲ ਕਰਨ ਦੀ ਯੋਗਤਾ ਨੂੰ ਜਿਹੜਾ ਕੀ ਕਹਿੰਦੇ ਨੇਗੇ? ਜਿਹੜਾ ਨੂਮੈਰੀਕਲ ਐਬਿਲਿਟੀ ਕਹਿੰਦੇ ਨੇ। ਤਾਂ 2 ਟਾਈਪ ਦੀਆਂ ਜਿਹੜੀਆਂ ਫੈਕਟਰਸ ਸੀਗੇ, ਐਬਿਲਿਟੀਜ਼ ਅਸੀਂ ਕਰ ਲਈਆਂ। ਤਾਂ ਥਰਡ ਦੇ ਵਿੱਚ ਗੱਲ ਕਰਦੇ ਨੇ ਪਰਸੈਪਚੁਅਲ ਸਪੀਡ, ਦਾ ਐਬਿਲਿਟੀ ਟੂ ਕੁਇਕ ਆਈਡੈਂਟੀਫਾਈ ਸਿਮੀਲੈਰਿਟੀਜ਼ ਐਂਡ ਡਿਫਰੈਂਸ ਬਿਟਵੀਨ ਦਾ ਓਬਜੈਕਟਸ। ਮਤਲਬ ਜਿਵੇਂ ਕਿ 2 ਓਬਜੈਕਟ ਦੇਤੇ, ਠੀਕ ਹੈ, ਮੰਨ ਲਓ 2 ਤਰ੍ਹਾਂ ਦੇ, ਇਸ ਤਰ੍ਹਾਂ ਦੇ ਕਿਊਬ ਜਾਂ ਸਕੁਏਅਰ ਕੋਈ ਹੈ ਨਾ ਦੇਤੇ ਤੁਹਾਨੂੰ, ਤਾਂ ਕਹਿਤਾ ਕਿ ਦੇਖੋ
ਇਹਨਾਂ ਦੋਨਾਂ ਕਿਊਬਸ ਦੇ ਵਿੱਚ ਠੀਕ ਹੈ ਕੀ ਹੈਗਾ ਕੀ ਡਿਫਰੈਂਸ ਹੈਗਾ, ਠੀਕ ਹੈ, ਜਾਂ ਫਿਰ ਕੀ ਸਿਮਿਲੈਰਿਟੀ ਹੈ, ਦੋਨੋਂ ਸੇਮ ਕਿਉਂ ਨਹੀਂ ਗਿਆ। ਉਹਨਾਂ ਨੂੰ ਜਦੋਂ ਅਸੀਂ ਕੀ ਕਰ ਦਿਆਂਗੇ ਮਤਲਬ ਸਾਡੇ ਵਿੱਚ ਅਬਿਲਿਟੀ ਹੁੰਦੀ ਹੈਗੀ ਕਿ ਉਹਨਾਂ ਨੂੰ ਅਸੀਂ ਕੀ ਕਰਦੇ ਹਾਂ ਆਇਡੈਂਟੀਫਾਈ ਕਰ ਦਿਆਂਗੇ, ਠੀਕ ਹੈ। ਉਸ ਤਰ੍ਹਾਂ ਦੀ ਅਬਿਲਿਟੀ ਨੂੰ ਕਹਿੰਦੇ ਨੇ ਪਰਸੈਪਚੁਅਲ ਸਪੀਡ ਕਹਿੰਦੇ ਨੇਗੇ। ਪਤਾ ਲੱਗ ਗਿਆ ਰਾਜੇ। ਜਿਵੇਂ ਦੇਖੋ ਨਿਊਜ਼ਪੇਪਰ ਦੇ ਵਿੱਚ ਆਇਆ ਕਰਦਾ ਪਹਿਲਾਂ ਇੱਕ ਇੱਦਾਂ ਦੀ ਪਜ਼ਲ ਹੁੰਦੀ ਹੈ ਨਾ, ਦੋ ਫੋਟੋ ਦੇ ਦਿੰਦੇ, ਇੱਕ ਇੱਧਰ ਦੇ ਦਿੰਦੇ, ਇੱਕ ਇੱਧਰ। ਇਹਦੇ ਵਿੱਚ ਮਤਲਬ ਦੱਸਣਾ ਹੁੰਦਾ ਸੀ ਕਿ 7 ਇੱਦਾਂ ਦੇ ਮਤਲਬ ਚੀਜ਼ਾਂ ਦੱਸੋ ਜਿਹੜੀਆਂ ਇਹਨਾਂ ਦੋਨਾਂ ਦੇ ਵਿੱਚ ਕੀ ਨੇਗੀਆਂ ਅਲੱਗ ਅਲੱਗ ਨੇ। ਬਿਲਕੁਲ ਫੋਟੋ ਸੇਮ ਹੁੰਦੀ ਸੀ, ਥੋੜ੍ਹਾ ਬਹੁਤਾ ਥੋੜ੍ਹਾ ਥੋੜ੍ਹਾ ਕੀ ਹੁੰਦਾ ਸੀ ਉਹਨਾਂ ਦੇ ਵਿੱਚ ਡਿਫਰੈਂਸ ਹੁੰਦਾ ਸੀ। ਤਾਂ ਜਦੋਂ ਅਸੀਂ ਉਹਨੂੰ ਜਿੰਨੀ ਜਲਦੀ ਕੀ ਕਰ ਸਕਦੇ ਸੀ ਉਹ ਪਜ਼ਲ ਨੂੰ ਹੈ ਨਾ ਅਸੀਂ ਮਤਲਬ ਸਮਝ ਸਕਦੇ ਸੀਗੇ, ਅਸੀਂ ਉਹਨੂੰ ਕਰ ਦਿੰਦੇ ਹੁੰਦੇ ਸੀਗੇ ਹੈ ਨਾ, ਤਾਂ ਓਨਾ ਹੀ ਮਤਲਬ ਕੀ ਹੁੰਦੀ ਸਾਡੀ ਪਰਸੈਪਚੁਅਲ ਸਪੀਡ ਹੁੰਦੀ ਸੀਗੀ। ਤਾਂ ਦੇਖੋ ਇੱਥੇ ਐਗਜ਼ਾਮਪਲ ਦੇ ਵਿੱਚ ਦਿਖਾਇਆ ਗਿਆ ਗਾ ਪਰਸੈਪਚੁਅਲ ਸਪੀਡ ਫੈਕਟਰ ਹੈ ਨਾ, ਸਪੀਡ ਇਨ ਪਰਸੀਵਿੰਗ ਡਿਟੇਲ ਫॉर ਆਬਜੈਕਟ ਯੂਜ਼ਿੰਗ ਆਲ 5 ਸੈਂਸ। ਮਤਲਬ ਅਸੀਂ ਸਾਰੇ 5 ਸੈਂਸ ਯੂਜ਼ ਕਰਕੇ ਠੀਕ ਹੈ ਉਸ ਨੂੰ ਡਿਟੇਲ ਤੱਕ ਮਤਲਬ ਕੀ ਕਰ ਸਕੀਏ ਜਿਹੜਾ ਪਹੁੰਚ ਸਕੀਏ ਉਹਦੇ ਤੱਕ। ਜਿਵੇਂ ਕਿ ਹੁਣ ਦੇਖੋ ਇੱਥੇ ਦੱਸਿਆ ਗਿਆ ਹੈ ਨਾ ਇੱਦਾਂ ਦੀ ਕੋਈ ਸਟਰਕਚਰ ਮਤਲਬ ਇਹ ਕੀ ਹੈਗਾ ਇੱਕ ਜਿਹੜਾ ਬਣਾਇਆ ਗਿਆ ਗਾ ਹੈ ਨਾ ਕੋਂਬੀਨੇਸ਼ਨ ਸੀਰੀਜ਼ ਦੀ ਬਣਾਈ ਗਈ ਇੱਕ ਡਿਜ਼ਾਈਨ ਬਣਾਇਆ ਗਿਆ। ਤਾਂ ਇਹਨਾਂ ਨੇ ਪੁੱਛਿਆ ਹੈਗਾ ਕਿ ਇੱਥੇ ਨੈਕਸਟ ਕੀ ਆਊਗਾ। ਤਾਂ ਦੇਖੋ ਪਹਿਲਾਂ ਅਸੀਂ ਸਾਰੇ ਨੂੰ ਇਹਨਾਂ ਨੂੰ ਸਮਝਾਂਗੇ ਕਿ ਕੀ ਇਹਦੀ ਜਿਹੜੀ ਸਟਰਕਚਰ ਹੈ ਨਾ ਕੀ ਸੀਰੀਜ਼ ਦੇ ਵਿੱਚ ਇਹ ਚੱਲ ਰਿਹਾ ਹੈਗੀ ਜਿਹੜੀਆਂ ਸਾਰੀਆਂ ਮਤਲਬ ਸਟਰਕਚਰਸ ਨੇਗੀਆਂ ਜਿਹੜੀਆਂ ਹੈ ਨਾ। ਤਾਂ ਫਿਰ ਉਹ ਨੈਕਸਟ ਨੂੰ ਜਦੋਂ ਅਸੀਂ ਹੱਲ ਕਰਾਂਗੇ ਤਾਂ ਉੱਥੇ ਸਾਡੀ ਪਰਸੈਪਚੁਅਲ ਸਪੀਡ ਕੰਮ ਆਊਗੀ। ਇੱਦਾਂ ਹੀ ਦੇਖੋ ਇਸ ਦੇ ਵਿੱਚ ਦਿਖਾਇਆ ਗਿਆ ਹੁਣ ਡਿਜ਼ਾਈਨ ਬਣਾਏ ਗਏ ਨੇ ਸਾਰੇ। ਦੇਖੋ ਹੁਣ ਮੰਨ ਲਓ ਇੱਥੋਂ ਇੰਨਾ ਕੁ ਡਿਜ਼ਾਈਨ ਹੈ ਜਿਹੜਾ ਮਿਸ ਕਰ ਦੇਣ ਤਾਂ ਦੇਖ ਮਤਲਬ ਇਹ ਪੁੱਛਣਗੇ ਕਿ ਇੱਥੇ ਜਿਹੜਾ ਤੁਹਾਡੇ ਅਕੋਰਡਿੰਗ ਡਿਜ਼ਾਈਨ ਕੀ ਆਉਣਾ ਚਾਹੀਦਾ ਹੈਗਾ, ਠੀਕ ਹੈ। ਮਤਲਬ ਇਹ ਡਿਜ਼ਾਈਨ ਨੂੰ ਪੂਰੀ ਚੰਗੀ ਤਰ੍ਹਾਂ ਦੇਖਣਾ ਸਮਝਣਾ ਹੱਲ ਕਰਨਾ ਤਾਂ ਉਹਦੇ ਵਿੱਚ ਸਾਡੀ ਪਰਸੈਪਚੁਅਲ ਸਪੀਡ ਹੈ ਜਿਹੜੀ ਕੀ ਆਉਂਦੀ ਹੈ ਕੰਮ ਆਉਂਦੀ ਹੈ। ਤਾਂ ਨੈਕਸਟ ਦੇ ਵਿੱਚ ਦੇਖੋ ਤੁਸੀਂ ਪ੍ਰਤੱਖ ਗਤੀ ਇਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਵਸਤੂ ਵਿਚਕਾਰ ਸਮਾਨਤਾ ਜਾਂ ਅੰਤਰ ਨੂੰ ਤੇਜ਼ੀ ਨਾਲ ਪਛਾਣਨ ਦੀ ਯੋਗਤਾ। ਜਿਵੇਂ ਹੁਣ ਆਹ ਵਾਲੀ ਚੀਜ਼ ਸੀ ਹੈ ਨਾ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ ਜਾਂ ਇਹਨਾਂ ਦੇ ਵਿੱਚ ਕੀ ਆਪਣੇ ਦੋਨਾਂ ਦੇ ਵਿੱਚ ਸਮਾਨਤਾ ਸਿਮਿਲੈਰਿਟੀ ਹੈ ਅਸੀਂ ਉਹਨੂੰ ਕਿੰਨੀ ਜਲਦੀ ਕੀ ਕਰ ਦਿਆਂਗੇ ਮਤਲਬ ਉਹਨੂੰ ਜਾਣ ਦਿਆਂਗੇ, ਠੀਕ ਹੈ, ਪਛਾਣ ਲੈਂਦੇ ਆਂਗੇ। ਤਾਂ ਉਹ ਐਬਿਲਿਟੀ ਨੂੰ ਕੀ ਕਹਿੰਦੇ ਨੇ ਪਰਸੈਪਚੁਅਲ ਸਪੀਡ ਕਹਿੰਦੇ ਨੇ। ਤਾਂ ਨੈਕਸਟ ਹੈਗੀ ਰਾਜੇ ਜਿਹੜੀ ਸਾਡੀ 4th ਇਸ ਦੇ ਵਿੱਚ ਰੀਜ਼ਨਿੰਗ ਹੈ ਅਬਿਲਿਟੀ ਟੂ ਫਾਈਂਡ ਰੂਲਸ। ਰੂਲਸ ਨੂੰ ਜਾਣਨ ਦੀ ਇਹ ਹੈਗੀ ਐਬਿਲਿਟੀ ਹੈ ਜਿਹੜੀ ਉਹਨੂੰ ਕੀ ਕਹਿੰਦੇ ਨੇ ਰਾਜੇ ਸਾਡੀ ਰੀਜ਼ਨਿੰਗ ਕਹਿੰਦੇ ਨੇ, ਠੀਕ ਹੈ। ਜਿਵੇਂ ਮਤਲਬ ਇਹ ਦੇਖੋ ਰੀਜ਼ਨਿੰਗ ਹੈ ਨਾ ਮਤਲਬ ਇਹ ਸੋਚ ਰਿਹਾ ਹੈਗਾ ਕਿ ਕੀ ਰੀਜ਼ਨ ਹੋ ਸਕਦਾ ਹੈ ਚੀਜ਼ ਦੇ ਪਿੱਛੇ ਕੀ ਕਾਰਨ ਹੋ ਸਕਦਾ ਜਾਂ ਕਿਵੇਂ ਇਹਨੂੰ ਹੋ ਸਕਦਾ। ਤਰਕ ਨਿਯਮ ਨੂੰ ਲੱਭਣ ਦੀ ਯੋਗਤਾ, ਠੀਕ ਹੈ। ਰੂਲਸ ਨੂੰ ਜਦੋਂ ਅਸੀਂ ਕੀ ਕਰ ਦਿਆਂਗੇ ਲੱਭ ਦਿਆਂਗੇ। ਨੈਕਸਟ ਹੈਗੇ ਜਿਹੜੇ 5 ਹੈਗੇ ਆ 5th ਹੈਗੀ ਹੈ ਸਪੇਸ਼ੀਅਲ ਵਿਜ਼ੂਅਲਾਈਜੇਸ਼ਨ ਦਾ ਐਬਿਲਿਟੀ ਟੂ ਵਿਜ਼ੂਅਲਾਈਜ਼ ਰਿਲੇਸ਼ਨਸ਼ਿਪਸ, ਠੀਕ ਹੈ। ਜਿਹੜੇ ਰਿਲੇਸ਼ਨਸ਼ਿਪਸ ਹੁੰਦੇ ਨੇ ਕਿ ਠੀਕ ਹੈ ਜਿਹੜੇ ਉਹਨਾਂ ਨੂੰ ਕੀ ਹੁੰਦੇ ਨੇ ਸੰਬੰਧਾਂ ਦੇ ਜਿਹੜੇ ਵਿਜ਼ੂਅਲਾਈਜ਼ ਕਰਨਾ, ਠੀਕ ਹੈ, ਉਹਨਾਂ ਨੂੰ ਕੀ ਕਰਨਾ ਵਿਜ਼ੂਅਲਾਈਜ਼ ਕਰਨਾ। ਜਿਵੇਂ ਕਿ ਦੇਖੋ ਆ ਦਿਖਾਇਆ ਗਿਆ ਇੱਥੇ ਜਿਵੇਂ ਹੁਣ ਇਹਦੇ ਵਿੱਚ ਦੇਖੋ ਦਿਖਾਇਆ ਗਿਆ ਸਪੇਸ਼ੀਅਲ ਰੇਸ਼ਲ ਹੈ ਨਾ ਮਤਲਬ ਇਹ ਵਾਲੇ ਜਿਹੜੇ ਇੱਦਾਂ ਦੇ ਆਕਾਰ ਬਣਾਏ ਗਏ ਨੇ ਹੈ ਨਾ ਤਾਂ ਇਹਨਾਂ ਸਾਰੇ ਆਕਾਰਾਂ ਨੂੰ ਕੀ ਕਰਨਾ ਵਿਜ਼ੂਅਲਾਈਜ਼ ਕਰਨਾ, ਠੀਕ ਹੈ। ਜਿਵੇਂ ਕਿ ਆਹ ਦੇਖੋ ਇੱਥੇ ਮੈਨੀਪੂਲੇਟ ਕਰਕੇ ਮਤਲਬ ਇੱਦਾਂ, ਠੀਕ ਹੈ, ਇੱਦਾਂ ਇਹਦਾ ਇਹ ਮਤਲਬ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਇਹਦੀ ਜਿਹੜਾ ਮਤਲਬ ਇੱਦਾਂ ਦੀ ਸਟਰਕਚਰ ਹੈਗੀ, ਠੀਕ ਹੈ। ਮੈਂ ਦੇਖਦੇ ਹਾਂ ਜਿਵੇਂ ਹੁਣ ਮੰਨ ਲਓ ਕੋਈ ਚੀਜ਼ ਬਣਾਈ ਗਈ ਐਵੇਂ ਬਣਾਈ ਹੋਈ ਹੈ ਮੰਨ ਲਓ ਹੈ ਨਾ ਕੋਈ ਇੱਦਾਂ ਦੀ ਚੀਜ਼ ਬਣਾਈ ਗਈ ਹੈਗੀ ਕੋਈ ਵਿੰਡੋ ਵਗੈਰਾ ਹੈਗੀ ਜਾਂ ਕੋਈ ਵੀ ਚੀਜ਼ ਦੀ ਇੱਦਾਂ ਦੀ ਸਟਰਕਚਰ ਹੈਗੀ ਤਾਂ ਅਸੀਂ ਉਹਨੂੰ ਵਿਜ਼ੂਅਲਾਈਜ਼ ਕਰਾਂਗੇ ਇਮੈਜੀਨੇਸ਼ਨ ਕਰਾਂਗੇ ਹੈ ਨਾ ਮਤਲਬ ਆਪਣੇ ਮਾਈਂਡ ਦੇ ਵਿੱਚ ਦ੍ਰਿਸ਼ਟਾਂਤ ਬਣਾਵਾਂਗੇ ਉਹਦਾ ਕਿ ਇਹ ਪਹਿਲਾਂ ਇੱਦਾਂ ਦੀ ਹੋਣੀ ਫਿਰ ਇਹਦਾ ਹਿੱਸਾ ਇਹ ਵਾਲਾ ਇੱਦਾਂ ਹੋਣਾ, ਠੀਕ ਹੈ, ਇਹਦੇ ਵਿੱਚ ਇੱਦਾਂ ਦਾ ਹੋਣਾ ਪਾਰਟ ਮਤਲਬ ਇੱਦਾਂ ਉਹਨੂੰ ਪੂਰੇ ਉਹਨੂੰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਵਿਜ਼ੂਅਲਾਈਜ਼ ਕਰਾਂਗੇ। ਸਥਾਨਿਕ ਦ੍ਰਿਸ਼ਟਾਂਤ ਸੰਬੰਧਾਂ ਦੀ ਕਲਪਨਾ ਕਰਨਾ, ਠੀਕ ਹੈ। ਜਿਵੇਂ ਹੁਣ ਮੰਨ ਲਓ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਏਗਾ ਕਿ ਇੱਦਾਂ ਦੀ ਕੋਈ ਸਟਰਕਚਰ ਸੀ, ਠੀਕ ਹੈ, ਤਾਂ ਦੇਖੋ ਅਸੀਂ ਮਤਲਬ ਇੱਦਾਂ ਦੀ ਕੋਈ ਚੀਜ਼ ਬਣਾਈ ਹੋਈ ਹੈਗੀ ਤਾਂ ਉਹਨੂੰ ਅਸੀਂ ਕੀ ਕਰਦੇ ਹਾਂ ਵਿਜ਼ੂਅਲਾਈਜ਼ ਕਰਦੇ ਹਾਂ ਕਿ ਮਤਲਬ ਆਹ ਵਾਲੀ ਸਟਰਕਚਰ ਹੈ ਜਿਹੜੀ ਦੇਖੋ ਹੁਣ ਇੱਥੇ ਹੈ ਨਾ ਇਹ ਐਵੇਂ ਬਣੀ ਹੋਈ ਹੈ, ਠੀਕ ਹੈ। ਅਤੇ ਹੁਣ ਇਸ ਤੋਂ ਬਾਅਦ ਜਿਹੜਾ ਨੈਕਸਟ ਹੈ ਇਹ ਵਾਲਾ ਹਿੱਸਾ ਮਤਲਬ ਇਹਨਾਂ ਦਾ ਆਪਸ ਦੇ ਵਿੱਚ ਦੋਨਾਂ ਦਾ ਕੀ ਰਿਲੇਸ਼ਨ ਹੈਗਾ, ਠੀਕ ਹੈ। ਹੁਣ ਜਿਹੜਾ ਇੱਥੇ ਦੇਖੋ ਇੱਦਾਂ ਦਾ ਆ ਜਾਊਗਾ, ਠੀਕ ਹੈ, ਇਹ ਐਵੇਂ ਆ ਜਾਊਗਾ ਇਹ ਵਾਲਾ ਹਿੱਸਾ ਆ ਜਾਊਗਾ ਐਵੇਂ ਮਤਲਬ ਕੀ ਕਰਨਾ ਜਿਹੜਾ ਅਸੀਂ ਉਸ ਚੀਜ਼ ਨੂੰ ਕੀ ਕਰਨਾ ਵਿਜ਼ੂਅਲਾਈਜ਼ ਕਰਨਾ ਹੈਗਾ ਇਸ ਚੀਜ਼ ਨੂੰ ਚੰਗੀ ਤਰ੍ਹਾਂ ਵਿਜ਼ੂਅਲਾਈਜ਼ ਕਰਨਾ ਹੈਗਾ। ਸਮਝ ਲੱਗ ਗਈ। ਤਾਂ ਨੈਕਸਟ ਹੈਗਾ ਐਸੋਸ਼ੀਏਟਿਵ ਮੈਮਰੀ ਐਬਿਲਿਟੀ ਟੂ ਮੈਮੋਰਾਈਜ਼ ਅਤੇ ਰਿਕੋਲ ਮਤਲਬ ਉਹ ਐਬਿਲਿਟੀ ਆਪਾਂ ਦੇਖਿਆ ਵੀ 5 ਤਰ੍ਹਾਂ ਦੇ ਜਿਹੜੇ ਪ੍ਰਾਇਮਰੀ ਫੈਕਟਰਸ ਹੁੰਦੇ ਨੇ। 6ਵੀਂ ਹੈਗੀ ਸਾਡੇ ਉਹ ਐਬਿਲਿਟੀ ਜਿਹਦੇ ਨਾਲ ਅਸੀਂ ਮੈਮੋਰਾਈਜ਼ ਕਰਦੇ ਹਾਂ ਰਿਕੋਲ ਕਰਦੇ ਹਾਂ ਸਾਡੀ ਜਿਹੜੀ ਯਾਦਦਾਸ਼ਤ ਹੁੰਦੀ ਹੈ ਉਹਨੂੰ ਯਾਦ ਕਰਦੇ ਹਾਂ ਜਾਂ ਫਿਰ ਅਸੀਂ ਉਹਦੇ ਵਿੱਚ ਆਪਣੀ ਮੈਮਰੀ ਨੂੰ ਕੀ ਕਰਦੇ ਹਾਂ ਸਟੋਰ ਕਰਦੇ ਹਾਂ। ਜਿਵੇਂ ਕਿ ਦੇਖੋ ਇਹਦੇ ਵਿੱਚ ਦਿਖਾਇਆ ਗਿਆ ਮੈਮੋਰਾਈਜ਼ ਕਰਨਾ ਜਾਂ ਫਿਰ ਸਟੋਰ ਕਰਨਾ ਰਿਕੋਲ ਕਰਨਾ ਸਾਡੇ ਦਿਮਾਗ ਦੀਆਂ ਚੀਜ਼ਾਂ ਨੂੰ ਯਾਦ ਕਰਨਾ। ਸਹਿਯੋਗੀ ਯਾਦਦਾਸ਼ਤ ਯਾਦ ਰੱਖਣਾ ਜਾਂ ਯਾਦ ਕਰਨ ਦੀ ਯੋਗਤਾ।
ਲਾਸਟ ਹੈਗੀ ਹੈ ਤੁਹਾਡੀ ਵਰਡ ਫਲੂਐਂਸੀ ਦਾ ਐਬਿਲਿਟੀ ਟੂ ਪ੍ਰੋਡਿਊਸ ਵਰਡਸ ਕੁਇਕਲੀ, ਵਰਡਸ ਨੂੰ ਠੀਕ ਹੈ ਲੈਟਰਸ ਨੂੰ ਅੱਖਰਾਂ ਨੂੰ ਕੁਇਕਲੀ ਕੀ ਕਰਨਾ ਪ੍ਰੋਡਿਊਸ ਕਰਨਾ ਸਮਝਣਾ। ਠੀਕ ਹੈ, ਤਾਂ ਦੇਖੋ ਇੱਥੇ ਮਤਲਬ ਜਿਵੇਂ ਕਿ ਇਹਦੇ ਵਿੱਚ ਫੋਟੋ ਦੇ ਵਿੱਚ ਦਿਖਾਇਆ ਗਿਆ ਕਿ ਆਪਣੇ ਜਿਹੜੇ ਕੀ ਕਰ ਰਹੇ ਨੇਗੇ ਇਹ ਆਪਣੇ ਅੱਖਰਾਂ ਨੂੰ ਹੈ ਨਾ ਜਿਹੜੇ ਕੀ ਕਰ ਰਹੇ ਨੇਗੇ ਸਮਝ ਰਹੇ ਨੇ ਯੂਜ਼ ਕਰ ਰਹੇ ਨੇ ਵਰਤ ਰਹੇ ਨੇ ਹੈ ਨਾ, ਮਤਲਬ ਅਸੀਂ ਕਿਸ ਟਾਈਪ 'ਤੇ ਮਤਲਬ ਵਰਡ ਦੀ ਫਲੂਐਂਸੀ ਹੈਗੀ ਹੈ ਨਾ ਕਿਸ ਟਾਈਮ 'ਤੇ ਅਸੀਂ ਕਿਵੇਂ ਕਰਨਾ ਆਪਣੇ ਅੱਖਰਾਂ ਨੂੰ ਜਿਹੜਾ ਸਮਝਣਾ ਹੈਗਾ ਵਰਤਣਾ ਹੈਗਾ। ਇਸ ਦੇ ਵਿੱਚ ਦੇਖੋ ਇਹਨੂੰ ਸ਼ਬਦ ਪ੍ਰਵਾਹ ਦੇ ਨਾਲ ਜਾਣਿਆ, ਸ਼ਬਦਾਂ ਨੂੰ ਤੇਜ਼ੀ ਨਾਲ ਪੈਦਾ ਕਰਨ ਦੀ ਯੋਗਤਾ ਨੂੰ ਕੀ ਕਿਹਾ ਜਾਂਦਾ ਹੈਗਾ ਵਰਡ ਫਲੂਐਂਸੀ। ਠੀਕ ਹੈ, ਦੇਖੋ ਲਾਸਟ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਜਿਹੜੀ ਇਹ ਥਿਊਰੀ ਹੈਗੀ ਇਹ ਕੀ ਕਰਦੀ ਹੈ ਜਿਹੜੀ ਥਿਊਰੀ ਹੈ ਹੀ ਆਲਸੋ ਬਿਲੀਵਡ ਦੈਟ ਥੀਸ ਐਬਿਲਿਟੀਜ਼ ਗਰੋ ਐਟ ਡਿਫਰੈਂਟ ਰੇਟ ਇਨ ਪਰਸਨ, ਮਤਲਬ ਜ਼ਰੂਰੀ ਨਹੀਂ ਹੈਗਾ ਇਹ 7 ਦੇ 7 ਫੈਕਟਰ ਸਾਰੇ ਇੱਕ ਪਰਸਨ ਦੇ ਵਿੱਚ ਹੋਣ, ਇਹ ਅਲੱਗ-ਅਲੱਗ ਐਬਿਲਿਟੀ ਹੈ ਜਿਹੜੀ ਅਲੱਗ-ਅਲੱਗ ਰੇਟ ਦੇ ਉੱਪਰ ਕੀ ਕਰਦੀ ਹੈ ਗਰੋ ਕਰਦੀ ਹੈ। ਮੰਨ ਲਓ ਕੀ ਹੈਗਾ ਜਿਵੇਂ ਕੋਈ ਹੁਣ ਪੜ੍ਹਿਆ ਸੀ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੈ ਕਿ ਉਹ ਮੈਥ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਹੈ, ਨੂਮੈਰੀਕਲ ਐਬਿਲਿਟੀ ਉਹਦੇ ਵਿੱਚ ਬਹੁਤ ਜ਼ਿਆਦਾ ਹੈ, ਪਰ ਜ਼ਰੂਰੀ ਨਹੀਂ ਹੈਗਾ ਕਿ ਉਹਦੇ ਵਿੱਚ ਵਰਡਸ ਦੀ ਫਲੂਐਂਸੀ ਵੀ ਬਹੁਤ ਜ਼ਿਆਦਾ ਹੋਵੇ। ਠੀਕ ਹੈ, ਤਾਂ ਦੇਖੋ ਇਹ ਮਤਲਬ ਸਾਰੇ ਫੈਕਟਰ ਹਰ ਇੱਕ ਦੇ ਵਿੱਚ ਹੋਣੇ ਜ਼ਰੂਰੀ ਨਹੀਂ ਹੈਗੇ, ਇਹ ਅਲੱਗ-ਅਲੱਗ ਰੇਟ ਦੇ ਉੱਪਰ ਕੀ ਕਰਦੇ ਨੇ ਜਿਹੜੇ ਹਰ ਇੱਕ ਪਰਸਨ ਦੇ ਵਿੱਚ ਗਰੋ ਕਰਦੇ ਨੇ। ਐਂਡ ਦੈਟ ਪਰਸਨੈਲਿਟੀ ਮੋਟੀਵੇਸ਼ਨ ਐਨਵਾਇਰਨਮੈਂਟ ਕੈਨ ਅਫੈਕਟ ਹਾਊ ਸਟਰੋਂਗ ਦੇ ਬਿਕਮ। ਠੀਕ ਹੈ, ਮਤਲਬ ਪਰਸਨੈਲਿਟੀ ਹੋ ਗਿਆ ਬੰਦੇ ਦੀ, ਉਹਨੂੰ ਮੋਟੀਵੇਸ਼ਨ ਕਿੰਨੀ ਕੁ ਮਿਲਦੀ ਹੈਗੀ। ਠੀਕ ਹੈ, ਹੁਣ ਜਿਵੇਂ ਹੁਣ ਮੰਨ ਲਓ ਕੋਈ ਬੰਦਾ ਮੈਥ ਦੇ ਵਿੱਚ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਤਾਂ ਟੀਚਰ ਉਹਨੂੰ ਕਿੰਨਾ ਕੁ ਮੋਟੀਵੇਟ ਕਰਦੇ ਨੇ ਹੈ ਨਾ, ਜਾਂ ਉਹਨੂੰ ਕਿੰਨੇ ਕੁ ਓਪਰਚੁਨਿਟੀਜ਼ ਮਿਲਦੀ ਆ, ਇਨਵਾਇਰਨਮੈਂਟ ਉਹਦਾ ਕਿੱਦਾਂ ਦਾ ਹੈਗਾ, ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਉਹ ਪਰਸਨ ਨੂੰ ਕੀ ਕਰਨਗੀਆਂ ਅਫੈਕਟ ਕਰਨਗੀਆਂ। ਮਤਲਬ ਜਿਹੜੀ ਵੀ ਉਹਦੇ ਵਿੱਚ ਪਾਵਰ ਐਬਿਲਿਟੀ ਹੈਗੀ ਆ, ਮੰਨ ਲਓ ਕਿਸੇ ਦੇ ਵਿੱਚ ਐਬਿਲਿਟੀ ਹੈ ਕਿ ਉਹ ਵਰਡਸ ਨੂੰ ਲੈਟਰ ਨੂੰ ਅੱਖਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਵਰਡ ਦੀ ਫਲੂਐਂਸੀ ਹੈਗੀ ਹੈ ਨਾ, ਬਹੁਤ ਵਧੀਆ ਤਰੀਕੇ ਨਾਲ ਬੋਲਦਾ ਹੈਗਾ ਸਮਝਦਾ ਹੈਗਾ ਲਿਖਦਾ ਹੈਗਾ, ਪਰ ਜੇਕਰ ਉਹਨੂੰ ਸਪੋਰਟ ਨਹੀਂ ਮਿਲਦੀ, ਉਹਨੂੰ ਇਨਵਾਇਰਨਮੈਂਟ ਉੱਦਾਂ ਦਾ ਨਹੀਂ ਮਿਲਦਾ, ਮੋਟੀਵੇਸ਼ਨ ਨਹੀਂ ਮਿਲਦੀ, ਤਾਂ ਉਹ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਵੀਕ ਪੈ ਜਾਂਦਾ। ਪਰ ਜੇਕਰ ਉਹਨੂੰ ਵਧੀਆ ਤਰੀਕੇ ਨਾਲ ਮੋਟੀਵੇਸ਼ਨ ਮਿਲੇ ਇਨਵਾਇਰਨਮੈਂਟ ਮਿਲੇ ਤਾਂ ਉਹੀ ਉਹਦੀ ਐਬਿਲਿਟੀ ਹੈ ਜਿਹੜੀ ਉਹਨੂੰ ਬਹੁਤ ਸਿਖਰ ਤੱਕ ਪਹੁੰਚ ਜਾਂਦੀ ਹੈ, ਬਹੁਤ ਸਕਸੈਸ ਦਿੰਦੀ ਹੈ। ਤਾਂ ਇਸ ਥਿਊਰੀ ਦੇ ਵਿੱਚੋਂ ਰਾਜੇ ਜਿਹੜੇ ਤੁਹਾਡੇ ਪਿਛਲੇ ਸਾਲ ਦੇ ਕੁਝ ਕੁਐਸਚਨ ਬਣੇ ਨੇ, ਠੀਕ ਹੈ, ਜਿਹੜੇ ਪਿਛਲੇ ਪੇਪਰਸ ਦੇ ਵਿੱਚ ਆਏ ਹੋਏ ਸੀ ਅਸੀਂ ਉਹ ਚੱਕੇ ਨੇਗੇ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪ੍ਰਾਇਮਰੀ ਮੈਂਟਲ ਐਬਿਲਿਟੀ ਅਕੋਰਡਿੰਗ ਟੂ ਥਰਸਟਨ। ਹੁਣ ਦੇਖੋ ਅਸੀਂ 7 ਤਰ੍ਹਾਂ ਦੀਆਂ ਮੈਂਟਲ ਐਬਿਲਿਟੀਜ਼ ਪੜ੍ਹ ਲਈਆਂ ਨੇ, ਤਾਂ ਇਹਨਾਂ ਨੇ ਮਤਲਬ ਇੱਥੇ ਕੁਛ ਦਿੱਤੀਆਂ ਨੇ, ਇਹਨਾਂ ਨੇ ਦੱਸਿਆ ਗਾ ਕਿ ਕਿਹੜੀ ਇੱਦਾਂ ਦੀ ਐਬਿਲਿਟੀ ਹੈ ਜਿਹੜੀ ਨਹੀਂ ਹੈਗੀ। ਅਰਥਮੈਟਿਕ ਐਬਿਲਿਟੀ ਹੈਗੀ ਹੈ ਬਿਲਕੁਲ ਅਸੀਂ ਪੜ੍ਹੀ ਹੈ, ਐਸੋਸ਼ੀਏਟਿਵ ਮੈਮਰੀ ਵੀ ਪੜ੍ਹੀ ਹੈ, ਠੀਕ ਹੈ, ਰੀਜ਼ਨਿੰਗ ਬਾਰੇ ਵੀ ਪੜ੍ਹਿਆ, ਪਰ ਥਿੰਕਿੰਗ ਸਪੀਡ ਬਾਰੇ ਅਸੀਂ ਨਹੀਂ ਪੜ੍ਹਿਆ। ਸੀ ਇਹਦਾ ਆਪਸ਼ਨ ਬਿਲਕੁਲ ਸਹੀ ਹੈਗਾ ਕਿਉਂਕਿ ਇਹਨਾਂ ਨੇ ਨੋਟ ਪੁੱਛਿਆ ਸੀ, ਤਾਂ ਥਿੰਕਿੰਗ ਸਪੀਡ ਮਤਲਬ ਬੰਦਾ ਕਿੰਨੀ ਸਪੀਡ ਨਾਲ ਸੋਚਦਾ ਹੈਗਾ ਹੈ ਨਾ, ਇਹ ਨਹੀਂ ਹੈਗੀ ਰਾਜੇ। ਠੀਕ ਹੈ, ਅਰਥਮੈਟਿਕ ਹੈ ਜਿਹੜੀ ਨੂਮੈਰੀਕਲ ਦੀ ਮੈਥ ਵਾਲੀ। ਥਰਸਟਨ ਦੇ ਅਨੁਸਾਰ ਹੇਠ ਲਿਖਿਆ ਵਿੱਚੋਂ ਕਿਹੜੀ ਮੁੱਢਲੀ ਮਾਨਸਿਕ ਯੋਗਤਾ ਨਹੀਂ ਹੈ। ਅੰਕ ਗਣਿਤ ਅਸੀਂ ਪੜ੍ਹਿਆ ਵੀ ਗਣਿਤ ਦੇ ਵਿੱਚ ਇੰਟੈਲੀਜੈਂਟ ਹੈ। ਸਹਿਯੋਗੀ ਜਾਂ ਮੈਮਰੀ ਪੜ੍ਹਿਆ ਗਾ ਅਸੀਂ। ਇੰਡਕਟਿਵ ਤਰਕ ਬਾਰੇ ਪੜ੍ਹਿਆ ਪਰ ਸੋਚ ਦੀ ਗਤੀ ਬਾਰੇ ਅਸੀਂ ਨਹੀਂ ਪੜ੍ਹਿਆ। ਸੀ ਆਨਸਰ ਹੈ ਜਿਹੜਾ ਤੁਹਾਡਾ ਬਿਲਕੁਲ ਕਰੈਕਟ ਬਣ ਜਾਊਗਾ। ਹਾਊ ਮੈਨੀ ਫੈਕਟਰਸ ਆਰ ਗਿਵਨ ਬਾਈ ਥਰਸਟਨ ਇਨ ਇੰਟੈਲੀਜੈਂਸ ਥਿਊਰੀ। ਇਹ ਤੁਹਾਡੇ ਰਾਜੇ ਪਿਛਲੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਸੀ। 4 ਤਰ੍ਹਾਂ ਦੀ ਬੁੱਧੀ ਦੀ ਗੱਲ ਕੀਤੀ ਹੈ ਨਹੀਂ ਕੀਤੀ, 2 ਤਰ੍ਹਾਂ ਦੀ ਨਹੀਂ ਕੀਤੀ, 3 ਤਰ੍ਹਾਂ ਦੀ ਨਹੀਂ ਕੀਤੀ। ਇਹਨੇ ਕਿੰਨੇ ਕਰੀ ਹੈ 7 ਤਰ੍ਹਾਂ ਦੀ ਐਬਿਲਿਟੀਜ਼ ਦੱਸਿਆ ਕਿ ਸਾਡੇ ਪ੍ਰਾਇਮਰੀ ਮੈਂਟਲ ਵਿੱਚ 7 ਤਰ੍ਹਾਂ ਦੀਆਂ ਐਬਿਲਿਟੀਜ਼ ਹੁੰਦੀਆਂ ਨੇ। ਥਰਸਟਨ ਦੇ ਅਨੁਸਾਰ ਇੰਟੈਲੀਜੈਂਸ ਥਿਊਰੀ ਵਿੱਚ ਕਿੰਨੇ ਕਾਰਕ ਹੁੰਦੇ ਨੇ, 4 ਹੁੰਦੇ ਨੇ, 2 ਹੁੰਦੇ ਨੇ, ਜਾਂ ਫਿਰ 3 ਹੁੰਦੇ ਨੇ, ਜਾਂ 7 ਹੁੰਦੇ ਨੇ। ਤਾਂ ਕੀ ਹੁੰਦੇ ਨੇ 7 ਹੁੰਦੇ ਨੇ। ਡੀ ਆਪਸ਼ਨ ਰਾਜੇ ਤੁਹਾਡੀ ਬਿਲਕੁਲ ਕਰੈਕਟ ਬਣ ਜੂਗੀ। ਜਿਹੜਾ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਹੈ, ਪ੍ਰਾਇਮਰੀ ਮੈਂਟਲ ਐਬਿਲਿਟੀ ਥਿਊਰੀ ਹੈ ਜਿਹੜੀ ਆਲਸੋ ਨੋਨ ਐਜ਼, ਇਹਨੂੰ ਕਿਸ ਹੋਰ ਨਾਮ ਨਾਲ ਜਾਣਿਆ ਜਾਂਦਾ PMA ਥਿਊਰੀ ਨੂੰ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 2 ਫੈਕਟਰ ਥਿਊਰੀ ਨਹੀਂ ਕਹਿੰਦੇ, ਸਿੰਗਲ ਫੈਕਟਰ ਥਿਊਰੀ ਨਹੀਂ ਕਹਿੰਦੇ, 3 ਫੈਕਟਰ ਥਿਊਰੀ ਨਹੀਂ ਕਹਿੰਦੇ, ਇਹਨੂੰ ਕੀ ਕਹਿੰਦੇ ਨੇ ਰਾਜੇ ਗਰੁੱਪ ਫੈਕਟਰ ਥਿਊਰੀ। ਡੀ ਆਪਸ਼ਨ ਹੈ ਜਿਹੜੀ ਤੁਹਾਡੀ ਬਿਲਕੁਲ ਕਰੈਕਟਰ ਬਣ ਜੂਗੀ। ਪ੍ਰਾਇਮਰੀ ਮਾਨਸਿਕ ਯੋਗਤਾ ਥਿਊਰੀ ਨੂੰ ਕੀ ਕਿਹਾ ਜਾਂਦਾ ਹੈਗਾ, 2 ਕਰਕੇ ਥਿਊਰੀ ਨਹੀਂ ਕਹਿੰਦੇ, ਸਿੰਗਲ ਫੈਕਟਰ ਥਿਊਰੀ ਨਹੀਂ ਕਹਿੰਦੇ, 3 ਫੈਕਟਰ ਥਿਊਰੀ ਨਹੀਂ ਕਹਿੰਦੇ, ਗਰੁੱਪ ਫੈਕਟਰ ਥਿਊਰੀ ਕਹਿੰਦੇ ਨੇ ਰਾਜੇ। ਸੀ ਹੈ ਜਿਹੜਾ ਤੁਹਾਡਾ ਡੀ ਹੈ ਜਿਹੜਾ ਤੁਹਾਡਾ ਬਿਲਕੁਲ ਕਰੈਕਟ ਬਣ ਜਾਊਗਾ ਗਰੁੱਪ ਫੈਕਟਰ ਥਿਊਰੀ। ਡੀ ਆਪਸ਼ਨ ਬਿਲਕੁਲ ਕਰੈਕਟ ਬਣ ਜੂਗੀ। ਤਾਂ ਇੱਥੇ ਤੁਸੀਂ ਆਨਸਰਸ ਦੇਖ ਸਕਦੇ ਹੋ। ਇਹ ਤਿੰਨੇ ਕੁਐਸਚਨ ਉਹ ਨੇ ਜਿਹੜੇ ਤੁਹਾਡੇ ਪਹਿਲਾਂ ਪੇਪਰਸ ਦੇ ਵਿੱਚ ਆਏ ਹੋਏ ਨੇ। ਤਾਂ ਸਾਡੀ ਕਲਾਸ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ। ਠੀਕ ਹੈ, ਜੇਕਰ ਤੁਹਾਨੂੰ ਸਾਡੀ ਕਲਾਸ ਵਧੀਆ ਲੱਗੀ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਆਪਣੇ ਫਰੈਂਡਸ ਨਾਲ ਸਾਡੇ ਚੈਨਲ ਨੂੰ ਸ਼ੇਅਰ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਕਲਾਸ ਦੀ ਥਿਊਰੀ ਦੀ PDF ਚਾਹੀਦੀ ਹੈਗੀ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਗੁਰੀਜ਼ ਲਰਨਿੰਗ ਹੱਬ ਨੂੰ ਸਬਸਕ੍ਰਾਈਬ ਕੀ ਕਰ ਸਕਦੇ ਹੋ ਅਤੇ ਸਾਡੇ ਨਾਲ ਜੁਆਇਨ ਕਰ ਸਕਦੇ ਹੋ। ਧੰਨਵਾਦ।